ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਕਰੋਨਾ ਵਾਇਰਸ ਦੇ ਕੇਸ ਹੁਣ ਹੌਲੀ-ਹੌਲੀ ਘਟ ਰਹੇ ਨੇ। ਦੇਸ਼ ਦੇ ਵਿੱਚ ਇਕੋਨਮੀ ਜਿਹੜੀ ਦੁਬਾਰਾ ਰੀਓਪਨ ਹੋ ਰਹੀ ਹੈ, ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ, ਕਿਤੇ ਵੀ ਹੈ ਉਹ ਹੁਣ ਇਕੋਨਮੀ ਨੂੰ ਰੀਓਪਨ ਕਰਨ ਦੀਆਂ ਗੱਲਾਂ ਕਰ ਰਹੇ ਨੇ। ਲੋਕ ਵੀ ਹੁਣ ਇੰਨੇ ਫਰਸਟ੍ਰੇਟ ਹੋ ਚੁੱਕੇ ਨੇ ਕਿ ਘਰਾਂ ਚੋਂ ਬਾਹਰ ਆਉਣਾ ਚਾਹੁੰਦੇ ਨੇ, ਆਪਣੇ ਬਿਜ਼ਨਸ ਦੁਬਾਰਾ ਖੋਲ੍ਹਣਾ ਚਾਹੁੰਦੇ ਨੇ। ਕੀ ਹੋ ਰਿਹਾ ਅਮਰੀਕਾ ਦੇ ਵਿੱਚ, ਉੱਥੋਂ ਦੀ ਇਕੋਨਮੀ ਦੇ ਵਿੱਚ ਕੀ ਕੁਝ ਹੋ ਰਿਹਾ ਹੈਗਾ, ਕਿੰਨੇ ਕੇਸ ਆ ਗਏ ਨੇ, ਕੀ ਰਿਸਰਚਿਜ ਹੋ ਰਹੀਆਂ ਨੇ, ਇਸ ਬਾਰੇ ਸਾਨੂੰ ਅਪਡੇਟ ਹਰੇਕ ਹਫਤੇ ਦਿੰਦੇ ਨੇ ਡਾਕਟਰ ਹਰਮਿੰਦਰ ਸਿੰਘ ਗਿੱਲ। ਤੇ ਇਸ ਹਫਤੇ ਵੀ ਸਾਡੇ ਨਾਲ ਕੈਲੀਫੋਰਨੀਆ ਸਨੀਵੇਲ ਤੋਂ ਡਾਕਟਰ ਹਰਮਿੰਦਰ ਸਿੰਘ ਗਿੱਲ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਅਪਡੇਟਸ ਨੂੰ। ਸੋ ਡਾਕਟਰ ਗਿੱਲ, ਸਵਾਗਤ ਹੈ ਤੁਹਾਡਾ। ਮਿਹਰਬਾਨੀ ਜੀ ਤੁਹਾਡੇ ਟੀਵੀ ਸਟੇਸ਼ਨ ਦੀ, FYI ਮੀਡੀਆ ਦੀ, ਤੇ ਤੁਸੀਂ ਹਮੇਸ਼ਾ ਹੀ ਮੈਨੂੰ ਮੌਕਾ ਦਿੰਦੇ ਆ। ਥੈਂਕ ਯੂ ਜੀ, ਥੈਂਕ ਯੂ। ਆਪਣੇ ਟਾਈਮ ਚੋਂ ਟਾਈਮ ਕੱਢ ਕੇ ਤੁਸੀਂ ਆਉਂਦੇ ਹੈਗੇ ਆ। ਸੋ ਅਮਰੀਕਾ ਦੇ ਵਿੱਚ ਕੇਸਿਸ ਘਟ ਵੀ ਰਹੇ ਨੇ, ਇਕੋਨਮੀ ਰੀਓਪਨ ਕਰਨ ਦੀਆਂ ਗੱਲਾਂ ਵੀ ਹੋ ਰਹੀਆਂ ਨੇ। ਜੇ ਅਸੀਂ ਟਾਪ ਡਾਕਟਰ ਫਾਊਚੀ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਹਜੇ ਅਰਥ ਵਿਵਸਥਾ ਨੂੰ ਨਾ ਖੋਲਿਆ ਜਾਵੇ, ਬਹੁਤ ਜ਼ਿਆਦਾ ਜਿਹੜਾ ਇਹਦੇ ਨਾਲ ਨੁਕਸਾਨ ਹੋਵੇਗਾ। ਸੋ ਤੁਹਾਡੀ ਅਪਡੇਟ ਕੀ ਕਹਿ ਰਹੀ ਹੈਗੀ ਹੈ, ਕੀ ਹੋ ਰਿਹਾ ਅਮਰੀਕਾ ਦੇ ਵਿੱਚ? ਕਿਉਂਕਿ ਜਿਹੜੇ ਸਾਇੰਟੀਫਿਕ ਮਾਈਂਡਡ ਲੋਕੀ ਹੁੰਦੇ ਆ ਉਹ ਹਿਸਟਰੀ ਦੇ ਹਿਸਾਬ ਨਾਲ ਗੱਲ ਕਰਦੇ ਆ ਜਾਂ ਡਾਟੇ ਦੇ ਹਿਸਾਬ ਨਾਲ ਗੱਲ ਕਰਦੇ ਆ ਕਿ ਕਿਉਂਕਿ ਇਸ ਡਾਟਾ ਸਾਇੰਸ ਦੀ ਇਸ ਜਿਹੜੀ ਮਹਾਮਾਰੀ ਦੇ ਨਾਲ ਬਹੁਤ ਹੀ ਜ਼ਿਆਦਾ ਜ਼ਿੰਮੇਵਾਰੀ ਵੱਧ ਗਈ ਆ, ਕਿਉਂਕਿ ਹਰ ਚੀਜ਼ ਦਾ ਅੱਜ ਕੱਲ੍ਹ ਡਾਟਾ ਰੱਖਿਆ ਜਾਂਦਾ ਜੀ। ਜਿਹੜੇ ਅੰਕੜਾ ਰੱਖਣੇ ਜਾਂ ਹੋਰ ਕਰਨਾ ਪਹਿਲਾਂ ਇੰਨਾ ਪਾਪੂਲਰ ਨਹੀਂ ਸੀ ਜਾਂ ਇੰਨਾ ਸੈਂਸਿਟਿਵ ਨਹੀਂ ਸੀ ਗਿਣਿਆ ਜਾਂਦਾ, ਜਿਹੜਾ ਕਿ ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਆਪਾਂ ਜਿਵੇਂ ਜਿਵੇਂ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਆ ਉਵੇਂ ਉਵੇਂ ਦੀ ਇੰਪੋਰਟੈਂਸ ਪਤਾ ਲੱਗਣੀ ਸ਼ੁਰੂ ਹੋ ਗਈ ਹੈ। ਅਤੇ ਉਹ ਜਿਹੜੇ ਡਾਕਟਰ ਫੌਚੀ ਆ ਜਾਂ ਜਿਹੜੇ ਟਾਸਕ ਫੋਰਸ ਦੇ ਹੋਰ ਲੋਕੀ ਨੇ ਜਿਹੜੇ ਜਿਨ੍ਹਾਂ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਹੈਗੀ ਆ ਵੀ ਦੇਸ਼ ਨੂੰ ਇਸ ਮਹਾਮਾਰੀ 'ਚੋਂ ਕਿਵੇਂ ਬਾਹਰ ਕੱਢਣਾ, ਜਾਂ ਜਿਨ੍ਹਾਂ ਨੇ ਪਹਿਲਾਂ ਇਹਨਾਂ ਦੇ ਨਾਲ ਡੀਲ ਕੀਤਾ ਹੋਇਆ, ਉਹ ਇਹੀ ਕਹਿ ਰਹੇ ਹੈਗੇ ਆ ਵੀ ਜਿਹੜੀ ਹਿਸਟਰੀ ਸਾਨੂੰ ਇਹ ਦੱਸਦੀ ਆ ਜਾਂ ਇਸ ਜਿਹੜੀਆਂ ਇਹਦਾ ਬਿਹੇਵੀਅਰ ਹੈਗਾ ਵਾਇਰਸ ਦਾ, ਉਹਦੇ ਨਾਲ ਅਸੀਂ ਕਿਸ ਤਰ੍ਹਾਂ ਡੀਲ ਕਰ ਸਕਦੇ ਹਾਂ, ਕਿੰਨੀਆਂ ਕੁ ਸਾਨੂੰ ਅਰਲੀ ਓਪਨਿੰਗ ਕਰਨੀਆਂ ਪੈਣਗੀਆਂ ਜਾਂ ਕਿੰਨੇ ਕੁ ਟਾਈਮ ਦੇ ਵਿੱਚ ਓਪਨਿੰਗ ਕਰ ਸਕਦੇ ਹਾਂ। ਪਰ ਜਦੋਂ ਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ ਜਾਂ ਹੋਰ ਹੁੰਦੇ ਆ ਜਿਨ੍ਹਾਂ ਨੂੰ ਉਹਦੇ ਬਾਰੇ ਨਹੀਂ ਪਤਾ ਜਾਂ ਉਹਦੀ ਇੰਨੀ ਡੂੰਘੀ ਜਾਣਕਾਰੀ ਨਹੀਂ ਹੁੰਦੀ ਗੀ, ਉਹਨਾਂ ਦਾ ਨਜ਼ਰੀਆ ਹੋਰ ਹੁੰਦਾ। ਹੁਣ ਇੱਥੇ ਕਲੈਸ਼ ਹੋ ਰਿਹਾ ਪੋਲੀਟਿਕਸ ਦਾ ਤੇ ਸਾਇੰਟੀਫਿਕ ਕਮਿਊਨਿਟੀ ਦਾ। ਉਹ ਹੁਣ ਡਾਕਟਰ ਫੌਚੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਜਿਹੜੇ ਟਾਸਕ ਫੋਰਸ ਦੇ ਇੱਕ ਮੈਂਬਰ ਨੇ, ਕੀ ਮੈਂਬਰ ਨੇ, ਜਿਹੜੇ 5-6 ਪ੍ਰੈਜ਼ੀਡੈਂਟ ਦੇ ਨਾਲ ਕੰਮ ਕਰ ਚੁੱਕੇ ਆ ਜੀ, ਔਰ ਕਈ ਦੇਸ਼ਾਂ ਨੂੰ ਐਡਵਾਈਸ ਕਰ ਚੁੱਕੇ ਆ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ। ਉਹਨਾਂ ਦੇ ਕਹਿਣ ਮੁਤਾਬਕ ਸਕੂਲ ਖੋਲ੍ਹਣੇ ਹਾਲੇ ਕਹਿੰਦੇ ਪ੍ਰੀ ਮੈਚੋਰ ਹੋਊਗਾ, ਵੀ ਤੁਸੀਂ ਹੌਲੀ ਹੌਲੀ ਬਿਜ਼ਨਸ ਖੋਲ੍ਹੋ। ਔਰ ਜਿਵੇਂ ਉਹਨਾਂ ਨੇ ਗਾਈਡਲਾਈਨਸ ਦਿੱਤੀਆਂ ਸੀ, ਮੇਰੇ ਖਿਆਲ 'ਚ ਉਹ ਸਹੀ ਸੀਗੀਆਂ ਵੀ ਫੇਜ਼ਿਸ ਦੇ ਵਿੱਚ ਆਪਾਂ ਸਟੇਟ ਖੋਲ੍ਹ ਸਕਦੇ ਹਾਂ। ਉਸੇ ਤਰ੍ਹਾਂ ਹੀ ਉਹਨਾਂ ਦੇ ਰਿਜ਼ਲਟ ਜਿਵੇਂ ਆਉਣਗੇ, ਅਗਰ ਫਿਰ ਜ਼ਰੂਰਤ ਪਊਗੀ ਉਹਨਾਂ ਨੂੰ ਕਿਸੇ ਨੂੰ ਬੰਦ ਕਰਨ ਦੀ ਜਾਂ ਕਿਸੇ ਕਰਕੇ, ਤਾਂ ਫਿਰ ਉਹ ਬੰਦ ਕਰ ਦਿੱਤੇ ਜਾਣਗੇ। ਪਰ ਹੋਇਆ ਨਹੀਂ, ਉਸ ਤਰ੍ਹਾਂ ਹੋਇਆ ਨਹੀਂ, ਉਹਨਾਂ ਦੀ ਗੱਲ ਨਹੀਂ ਮੰਨੀ ਗਈ। ਔਰ ਕਈ ਸਟੇਟਾਂ ਦੇ ਵਿੱਚ ਫੋਰਸੀਬਲੀ ਓਪਨ ਕਰਨ ਦੀ ਗੱਲ ਹੋਈ, ਜਾਂ ਬੀਚਿਸ ਖੋਲ੍ਹ ਦਿੱਤੇ ਗਏ ਜਾਂ ਰੈਸਟੋਰੈਂਟ ਖੋਲ੍ਹ ਦਿੱਤੇ ਗਏ, ਜਾਂ ਕਈ ਬਿਜ਼ਨਸ ਇਹੋ ਜਿਹੇ ਸੀ ਜਿਨ੍ਹਾਂ 'ਚ ਸੋਸ਼ਲ ਡਿਸਟੈਂਸਿੰਗ ਪੋਸੀਬਲ ਨਹੀਂ ਸੀਗੀ, ਉਹ ਵੀ ਖੋਲ੍ਹ ਦਿੱਤੇ ਗਏ ਆ। ਪਰ ਹੁਣ ਇਹਨਾਂ ਦੇ ਨਤੀਜੇ ਆਪਾਂ ਨੂੰ ਪਤਾ ਲੱਗੂਗਾ। ਅਗਰ ਤਾਂ ਸਪਾਈਕ ਥੋੜ੍ਹੀ ਬਹੁਤੀ ਆਉਂਦੀ ਆ ਫਿਰ ਕੰਟਰੋਲ ਕਰ ਲੈਂਦੇ ਆ, ਕਿਉਂਕਿ ਹੁਣ ਅਸੀਂ ਜਾਣੂ ਵੀ ਹੋ ਚੁੱਕੇ ਹਾਂ ਇਹਦੇ ਸੁਭਾਅ ਤੋਂ। ਜਿਹੜਾ ਵਾਇਰਸ ਹੈਗਾ ਇਹ ਇੱਕ ਸਾਡੀ ਪ੍ਰਾਪਤੀ ਹੈਗੀ ਹੈ, ਚਾਹੇ ਅਸੀਂ ਲੇਟ ਸ਼ੁਰੂ ਕੀਤੀ ਹੈ ਚਾਹੇ ਜਿਵੇਂ ਵੀ ਮਰਜ਼ੀ ਕੀਤੀ ਆ। ਹੁਣ ਬਹੁਤੇ ਬਿਹੇਵੀਅਰ ਬਾਰੇ ਇਹਦੀ ਜਾਣਕਾਰੀ ਹੈ, ਫੈਲਦਾ ਕਿਵੇਂ ਹੈ, ਕਿੰਨੀ ਦੂਰ ਹੈ, ਇਹ ਕੀ ਅਸੀਂ ਕਰਨਾ, ਕਿਵੇਂ ਬਚਣਾ, ਜਾਂ ਈਵਨ ਟਰੀਟਮੈਂਟ ਦੇ ਵਿੱਚ ਵੀ ਸਾਡੇ ਕੋਲੇ ਹੁਣ ਕਾਫੀ ਮਤਲਬ ਹੈਗੀਆਂ ਹਿੰਟ ਹੈਗੇ ਆ ਵੀ ਇਹਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ। ਬਿਲਕੁਲ ਡਾਕਟਰ ਗਿੱਲ, ਜਿੱਦਾਂ ਅਸੀਂ ਵਾਈਟ ਹਾਊਸ ਦੀ ਗੱਲ ਕਰ ਰਹੇ ਹੈਗੇ ਆ, ਵਾਈਟ ਹਾਊਸ ਦੇ ਵਿੱਚ ਵੀ ਟੈਸਟ ਕੀਤੇ ਜਾ ਰਹੇ ਹੈਗੇ ਆ, ਉੱਥੇ ਵੀ ਕਈ ਪਰਸੈਂਟ ਟੈਸਟ ਜਿਹੜੇ ਨੇ ਉਹ ਗਲਤ ਪਾਏ ਗਏ ਨੇ। ਸੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਕਿਵੇਂ ਉਸ ਦੇ ਮੈਡੀਕਲ ਡਿਪਾਰਟਮੈਂਟ ਹੈਗਾ, ਕਿਵੇਂ ਕੰਮ ਕਰ ਰਿਹਾ ਉੱਥੇ? ਬਹੁਤਾ ਡਿਟੇਲ ਤਾਂ ਮੈਂ ਇਹਦੇ ਬਾਰੇ ਨਹੀਂ ਦੱਸ ਸਕਦਾ, ਕਿਉਂਕਿ ਜਿਹੜੇ ਉੱਥੇ ਹੋਣਗੇ ਉਹੀ ਬੰਦੇ ਦੱਸ ਸਕਦੇ ਆ। ਪਰ ਜਿਹੜਾ ਚੀਜ਼ ਪ੍ਰੈਸ 'ਚ ਆਉਂਦੀ ਹੈ ਜਾਂ ਤੁਸੀਂ ਮੈਂ ਦੇਖਦੇ ਆ, ਉਹਦੇ ਵਿੱਚੋਂ ਮੇਰੀ ਆਦਤ ਹੈ ਮੈਂ ਉਹਨਾਂ ਨੂੰ ਘੋਖਦਾ ਚੀਜ਼ਾਂ ਨੂੰ ਜੀ। ਜਿਸ ਤਰ੍ਹਾਂ ਕੱਲ੍ਹ ਦੱਸਿਆ ਆਪਾਂ ਪਿਛਲੇ ਹਫ਼ਤੇ ਆਇਆ ਗਿਆ, ਆਪਾਂ ਨੂੰ ਪਤਾ ਲੱਗਿਆ ਸੀ ਕਿ 3 ਜਿਹੜੇ ਵਾਈਟ ਹਾਊਸ ਦੇ ਜਿਹੜੇ ਇੱਕ ਵੈਲਟ ਸੀਗਾ ਜਿਹੜਾ ਕਿ ਜਿਹਦੀ ਡਿਊਟੀ ਸੀ ਫੂਡ ਵਗੈਰਾ ਸਰਵ ਕਰਨੀ ਪ੍ਰੈਜ਼ੀਡੈਂਟ ਨੂੰ, ਇੱਕ ਵਾਈਸ ਪ੍ਰੈਜ਼ੀਡੈਂਟ ਪੈਂਸ ਦੀ ਪ੍ਰੈਸ ਸੈਕਟਰੀ ਸੀਗੀ, ਅਤੇ ਇੱਕ ਹੋਰ ਕੋਈ ਇੰਪਲੋਈ। 3 ਇੰਪਲੋਈ ਜਿਹੜੇ ਵਾਈਟ ਹਾਊਸ ਦੇ ਵਿੱਚ ਜਿਹੜੇ ਵੈਸਟ ਵਿੰਗ ਦੇ ਵਿੱਚ ਰਹਿੰਦੇ ਸੀ ਜਾਂ ਕੰਮ ਕਰਦੇ ਸੀ, ਉਹ ਪੋਜ਼ੀਟਿਵ ਪਾਏ ਗਏ। ਫਿਰ ਕੁਐਸਚਨ ਆਉਂਦਾ ਵੀ ਆਪਾਂ ਤਾਂ ਇਹ ਸੁਣਦੇ ਹੁੰਦੇ ਹਾਂ ਵੀ ਉਹਨਾਂ ਦੀ ਹਰ
ਡੇ ਐਵਰੀ ਡੇ ਜਿਹੜੇ ਵੀ ਬੁਸ਼ ਮਤਲਬ ਟਰੰਪ ਦੇ ਅਰਾਊਂਡ ਰਹਿੰਦੇ ਆ ਜਾਂ ਵਾਈਸ ਪ੍ਰੈਜ਼ੀਡੈਂਟ ਦੇ ਅਰਾਊਂਡ ਰਹਿੰਦੇ ਆ, ਉਹਨਾਂ ਦੀ ਤਾਂ ਮੈਡੀਕਲ ਜਾਂਚ ਹਰ ਰੋਜ਼ ਹੁੰਦੀ ਹੋਊਗੀ, ਉਹਨਾਂ ਦੇ ਟੈਸਟ ਕੀਤੇ ਜਾਂਦੇ ਹੁੰਦੇ ਹੋਣਗੇ, ਔਰ ਉਹ ਸਹੀ ਵੀ ਸੀਗਾ। ਪਰ ਪਤਾ ਇਹ ਲੱਗਿਆ ਹੈਗਾ, ਕੱਲ ਦੀ ਜਿਹੜੀ ਖਬਰ ਸੀਗੀ, ਐਬਟ ਲੈਬੋਰਟਰੀ ਜਿਹੜੀ ਕਿ ਟੈਸਟ ਮੁਹੱਈਆ ਕਰਵਾਉਂਦੀ ਹੈ ਸਾਰੇ ਯੂਨਾਈਟਿਡ ਸਟੇਟਸ ਦੇ ਵਿੱਚ, ਇੱਕ ਕੰਪਨੀ ਹੈਗੀ ਹੈ, ਆਮ ਤੌਰ 'ਤੇ ਮੇਰੇ ਖਿਆਲ 5-6 ਕੰਪਨੀਆਂ ਹੈਗੀਆਂ ਜਿਹੜੀਆਂ ਨੇ ਟੈਸਟ ਮੁਹੱਈਆ ਕੀਤੇ ਆ, ਤੇ ਇਟ ਇਜ਼ ਵਨ ਆਫ ਦਾ ਮੇਜਰ ਕੰਟਰੈਕਟਰ ਫॉर ਫੀਮਾ, ਵੀ ਜਿਹੜੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਟੀਮ ਹੈਗੀ ਆ, ਉਹਨਾਂ ਨੇ ਇਹਦੀਆਂ ਸੇਵਾਵਾਂ ਲਈਆਂ ਹੋਈਆਂ। ਔਰ ਉਹਨਾਂ ਦੇ ਟੈਸਟ ਕੱਲ੍ਹ ਮੈਂ ਸੁਣਿਆ ਸੀ ਡਾਕਟਰ ਸੰਜੇ ਗੁਪਤਾ ਦੀ ਰਿਪੋਰਟ, ਕਹਿੰਦੇ 48% ਉਹਦੇ ਵਿੱਚ ਜਿਹੜੇ ਰਿਜ਼ਲਟਸ ਉਹਦੇ ਫੇਲਿਅਰ ਦੇ ਸੀਗੇ, ਵੀ ਜਿਹੜੇ ਕਿ ਪੋਜ਼ਿਟਿਵ ਹੋਣੇ ਚਾਹੀਦੇ ਸੀ ਉਹ ਨੈਗੇਟਿਵ ਆਏ ਆ। ਇਟਸ ਅ ਬਿਗ ਪਰਸੈਂਟੇਜ ਆਫ ਫੇਲਿਅਰ। ਤੇ ਇਹ ਪਤਾ ਨਹੀਂ ਹੁਣ ਐਡੀ ਵੱਡੀ ਮਿਸਟੇਕ ਜਿਹੜਾ ਕਿ ਇੰਨੀ ਕ੍ਰਿਟੀਕਲ ਸੀ ਉਹ ਕਿਉਂ ਹੋ ਚੁੱਕੀ ਹੈ, ਜਾਂ ਕੰਪਨੀ ਨੇ ਕੋਈ ਪਹਿਲਾਂ ਇਹ ਸੋਚਿਆ ਨਹੀਂ ਸੀਗਾ, ਜਾਂ ਇਹ ਕਿੱਥੇ ਲੈਕ ਹੋਈ ਹੈ, ਹੌਲੀ ਹੌਲੀ ਸਮਾਂ ਦੱਸੂਗਾ ਸਾਨੂੰ ਜੀ। ਪਰ ਇਟਸ ਅ ਬਿਗ ਫੇਲਿਅਰ। ਡਾਕਟਰ ਗੱਲ, ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਕਿਤੇ ਕਿਤੇ ਫੇਲਿਅਰ ਵੀ ਹੋ ਰਿਹਾ, ਕਿਤੇ ਕਿਤੇ ਅਚੀਵਮੈਂਟਸ ਵੀ ਹੋ ਰਹੀਆਂ ਨੇ, ਸਰਚ ਕੀਤੀਆਂ ਜਾ ਰਹੀਆਂ ਨੇ, ਸਾਇੰਟਿਸਟ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਵੈਕਸੀਨ ਦੁਬਾਰਾ ਬਣਾਈ ਜਾਵੇ। ਤੇ ਹੁਣ ਜੇ ਵੈਕਸੀਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਜੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ ਤੇ ਨਾਲ ਨਾਲ ਅਸੀਂ ਅਮਰੀਕਾ ਦੇ ਜੋ ਰਾਸ਼ਟਰਪਤੀ ਨੇ ਡੋਨਾਲਡ ਟਰੰਪ, ਉਹਨਾਂ ਦੀ ਗੱਲ ਕਰ ਲਈਏ ਤਾਂ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸ਼ਾਇਦ ਇਹਦੀ ਵੈਕਸੀਨ ਕਦੇ ਵੀ ਨਾ ਆਵੇ ਤੇ ਸਾਨੂੰ ਇਹਦੇ ਨਾਲ ਹੀ ਹਰੇਕ ਟਾਈਮ ਤੇ ਜਿਉਣਾ ਪਵੇ। ਕੀ ਇਹ ਗੱਲ ਸਹੀ ਹੋ ਸਕਦੀ ਹੈ ਫਿਊਚਰ ਦੇ ਵਿੱਚ? ਕਿਉਂਕਿ ਜਿਹੜੀ ਜਿੰਨੇ ਵੀ ਸਾਇੰਟੀਫਿਕ ਕਮਿਊਨਿਟੀ ਹੈਗੀ ਆ, ਉਹ ਜਿਹੜੀ ਹਿਸਟਰੀ ਦੇ ਹਿਸਾਬ ਨਾਲ ਗੱਲ ਕਰਦੇ ਜਾਂ ਅੰਕੜਿਆਂ ਦੇ ਹਿਸਾਬ ਨਾਲ ਗੱਲ ਕਰਦੇ, ਡਾਟੇ ਦੇ ਹਿਸਾਬ ਨਾਲ ਗੱਲ ਕਰਦੇ ਆ। ਹੁਣ 92 ਤੋਂ ਉੱਪਰ ਕੰਪਨੀਆਂ, ਹੋ ਸਕਦਾ 100 ਦੇ ਕਰੀਬ ਵੀ ਹੋਣ ਕੰਪਨੀਆਂ ਜਿਨ੍ਹਾਂ ਦੀ ਦੌੜ ਲੱਗੀ ਹੋਈ ਹੈ ਵੀ ਕਿਸ ਤਰ੍ਹਾਂ ਦਾ ਵੈਕਸੀਨ ਤਿਆਰ ਕੀਤਾ ਜਾਵੇ। ਔਰ ਕਈ ਕੰਪਨੀਆਂ ਦੇ ਤਾਂ ਸਟਾਕ ਵੀ, ਜਦੋਂ ਕਿ ਉਹਨਾਂ ਦੀ ਦੌੜ ਦੇ ਵਿੱਚ ਸ਼ਾਮਲ ਹੋਏ, ਉਹ ਸਟਾਕ ਵੀ ਪਿਛਲੇ ਦਿਨਾਂ ਵਿੱਚ ਵਧਣੇ ਸ਼ੁਰੂ ਹੋ ਗਏ। ਔਰ ਕਈ ਕੰਪਨੀਆਂ ਨੇ ਕੋਈ ਅਨਾਊਂਸਮੈਂਟ ਵੀ ਕੀਤੀਆਂ ਵੀ ਅਸੀਂ ਫ੍ਰੀ ਦੇਵਾਂਗੇ, ਜਾਂ ਜਿਸ ਤਰ੍ਹਾਂ ਜਿਹੜੀ ਐਕਸਫੋਰਡ ਯੂਨੀਵਰਸਿਟੀ ਇੰਡੀਆ ਦੀ ਗਵਰਨਮੈਂਟ ਦੇ ਨਾਲ ਰਲ ਕੇ ਡਿਵੈਲਪ ਕਰ ਰਹੀ ਹੈਗੀ ਹੈ ਵੈਕਸੀਨ, ਉਹ ਕਹਿ ਰਹੇ ਆ ਵੀ ਅਸੀਂ ਫ੍ਰੀ ਆਫ ਕਾਸਟ ਇਹ ਵੈਕਸੀਨ ਦੇਵਾਂਗੇ। ਪਰ ਕੁਛ ਜਿਸ ਤਰ੍ਹਾਂ ਤੁਹਾਡਾ ਕੁਐਸਚਨ ਹੈ ਵੀ ਇਹ ਕਦੇ ਬਣੂਗਾ ਵੀ ਵੈਕਸੀਨ, ਕਿਉਂਕਿ ਆਪਾਂ ਇਸ ਟਾਈਮ ਤੇ ਜਦੋਂ ਕਿ ਹਲੇ ਪੂਰਾ ਉਹਦਾ ਸਪੀਡ ਵਰਕ ਚੱਲ ਰਿਹਾ ਹੈਗਾ, ਉਹਦੀਆਂ ਹਲੇ ਹਿਊਮਨ ਟ੍ਰਾਇਲਸ ਹਲੇ ਚੱਲਣ ਦੇ ਵਿੱਚ ਕੁਝ ਵੀਕ ਬਾਕੀ ਹੈਗੇ ਆ। ਆਪਾਂ ਅਜ਼ੰਪਸ਼ਨ ਹੀ ਕਰ ਸਕਦੇ ਹਾਂ, ਕੋਈ ਸ਼ੋਰ ਨਹੀਂ ਕਿਹਾ ਜਾ ਸਕਦਾ। ਔਰ ਕੋਈ ਇਸ ਤਰ੍ਹਾਂ ਦਾ ਤਾਂ ਗੱਲ ਹੈ ਨਹੀਂ ਗੀ ਜੀ ਵੀ ਆਪਾਂ ਕੋਈ 200 400 500 ਬੰਦੇ ਤੇ ਇਹ ਪ੍ਰੂਵ ਕਰਨਾ ਹੈਗਾ, ਕਿਉਂਕਿ ਮਿਲੀਅਨ ਔਰ ਬਿਲੀਅਨਸ ਔਰ ਲੋਕਾਂ ਦੇ ਜਾਂ ਬੱਚਿਆਂ ਦੇ ਉੱਤੇ ਇਹ ਵਰਤਿਆ ਜਾਣਾ ਹੈਗਾ। ਤੇ ਅਗਰ ਇਹ ਬੈਕਫਾਇਰ ਕਰ ਜਾਂਦਾ ਤਾਂ ਇਹ ਕੁਡ ਬੀ ਮੋਰ ਡੇਂਜਰਸ। ਇਸ ਕਰਕੇ ਜਿਹੜੀ ਡਿਵੈਲਪਮੈਂਟ ਵਾਲੀਆਂ ਕੰਪਨੀਆਂ ਹੈਗੀਆਂ ਉਹ ਵੀ ਫੂਕ ਕੇ ਪੈਰ ਧਰ ਰਹੀਆਂ, ਤੇ ਉਹ ਇਸ ਕਰਕੇ ਕੋਈ ਵੀ ਇਹੋ ਜਿਹੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈਗਾ, ਜਾਂ ਕੋਈ ਡੇਟ ਲਾਈਨ ਦੇਣ ਨੂੰ ਤਿਆਰ ਨਹੀਂ ਹੈਗਾ। ਆਮ ਤੌਰ ਤੇ ਕਿਹਾ ਜਾਂਦਾ ਹੈਗਾ, ਹੁਣ ਜਿਸ ਤਰ੍ਹਾਂ HIV ਏਡਸ ਹੈ ਜਾਂ ਈਬੋਲਾ ਦਾ ਵੈਕਸੀਨ ਹੋਣ ਨੂੰ 5 ਸਾਲ ਲੱਗੇ, ਔਰ ਹਲੇ ਵੀ ਉਹ 100% ਇਫੈਕਟਿਵ ਨਹੀਂ ਹੈਗਾ। ਜਿਸ ਤਰ੍ਹਾਂ HIV ਏਡਸ ਨੂੰ 40 ਸਾਲ ਦੇ ਕਰੀਬ ਹੋ ਗਏ ਔਰ ਕਿੰਨੀਆਂ ਜਾਨਾਂ ਲੈ ਚੁੱਕੀ ਹੈ, ਉਹਦਾ ਹਲੇ ਤੱਕ ਸਾਡੇ ਕੋਲੇ ਕੋਈ ਵੈਕਸੀਨ ਉਹਦਾ ਤੋੜ ਹੈ ਨਹੀਂਗਾ। ਇਸੇ ਤਰ੍ਹਾਂ ਮਤਲਬ ਐਡੀ ਜਲਦੀ ਜਿਹੜੀ ਇੰਨੀ ਖਤਰਨਾਕ ਗੰਭੀਰ ਸਮੱਸਿਆ ਹੈਗੀ ਹੈ ਜਾਂ ਬਿਮਾਰੀ ਹੈਗੀ ਆ, ਉਹਦਾ ਜੇ ਆਪਾਂ ਕਹੀਏ ਵੀ 6 ਮਹੀਨਿਆਂ ਦੇ ਵਿੱਚ ਵੈਕਸੀਨ ਬਣ ਜਾਊਗਾ, ਇਟਸ ਨਾਟ ਪੋਸੀਬਲ। 12 ਤੋਂ 18 ਮਹੀਨੇ ਕਿਸੇ ਵੈਕਸੀਨੇਸ਼ਨ ਨੂੰ, ਉਹਦੀਆਂ ਜਿਹੜੀਆਂ ਅੱਗੇ ਸਟੱਡੀਜ਼ ਹੁੰਦੀਆਂ ਜਾਂ ਉਹਦੀਆਂ ਫੁੱਲ ਸਕੇਲ ਸਟੱਡੀਜ਼ ਹੁੰਦੀਆਂ, ਉਹ ਲੱਗ ਜਾਂਦੇ ਹੈਗੇ ਆ। ਹੁਣ ਉਸ ਤੋਂ ਬਾਅਦ ਹੀ ਇਹ ਕਿਆਸ ਰਾਈਆਂ ਕੀਤੀਆਂ ਜਾ ਸਕਦੀਆਂ ਵੀ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਈ ਆ, ਤੇ ਘੱਟੋ ਘੱਟ 6 ਮਹੀਨੇ ਇਸ ਚੀਜ਼ ਨੂੰ ਲੱਗ ਜਾਣਗੇ ਆਪਾਂ ਨੂੰ ਪਤਾ ਲੱਗਣ 'ਚ ਵੀ ਇਹ ਵੈਕਸੀਨ ਵਾਕਿਆ ਹੀ ਬਣ ਵੀ ਜਾਊਗਾ ਕਿ ਨਹੀਂ ਬਣ ਜਾਊਗਾ। ਅੱਜ ਦੀ ਤਰੀਕ 'ਚ ਇਹ ਕੁਐਸਚਨ ਦਾ ਆਨਸਰ ਕਰਨਾ ਥੋੜਾ ਜਿਹਾ ਔਖਾ ਜੀ। ਬਿਲਕੁਲ, ਜਿੱਦਾਂ ਹੁਣ ਪਹਿਲਾਂ ਵੀ ਇਦਾਂ ਦੇ ਵਾਇਰਸ ਆ ਚੁੱਕੇ ਹੈਗੇ ਆ, ਤੇ ਜਿਵੇਂ ਹੁਣ ਡੋਨਾਲਡ ਟਰੰਪ ਨੇ ਵੀ ਐਗਜ਼ਾਮਪਲ ਦਿੱਤੀ ਹੈਗੀ ਹੈ ਕਿ ਕਈ ਵਾਇਰਸ ਇਦਾਂ ਦੇ ਸੀਗੇ ਕਿ ਜਿਹੜੇ ਆਪਣੇ ਆਪ ਹੀ ਚਲੇ ਗਏ, ਉਹਨਾਂ ਦੀ ਵੈਕਸੀਨ ਆਈ ਨਹੀਂ ਤੇ ਉਦੋਂ ਬਾਅਦ ਉਹ ਵਾਇਰਸ ਸੁਣੇ ਵੀ ਨਹੀਂ ਹੈਗੇ। ਤੁਹਾਡੇ ਮੁਤਾਬਿਕ ਹਿਸਟਰੀ ਦੇ ਵਿੱਚ ਕੀ ਹਿਸਟਰੀ ਰਹੀ ਹੈ ਵਾਇਰਸਿਸ ਦੀ? ਜਦੋਂ ਇੱਕ ਵਾਰ ਵਾਇਰਸ ਆ ਜਾਂਦਾ ਆ ਪਰ ਉਸ ਤੋਂ ਬਾਅਦ ਉਹਨਾਂ ਦੀ ਸੈਕਿੰਡ ਵੇਵ ਵੀ ਆਉਂਦੀ ਹੈਗੀ ਆ, ਸੈਕਿੰਡ ਵੇਵ ਥੋੜੀ ਜਿਹੀ ਜ਼ਿਆਦਾ ਵੱਡੀ ਹੁੰਦੀ ਹੈ, ਕਈ ਵਾਰ 3-3 4-4 ਵੇਵਸ ਵੀ ਆਉਂਦੀਆਂ ਨੇ ਵਾਇਰਸਿਸ ਦੀਆਂ। ਸੋ ਕੀ ਹਿਸਟਰੀ ਰਹੀ ਹੈ ਵਾਇਰਸਿਸ ਦੀ? ਹਾਂਜੀ, ਇਹ ਵੀ ਇਸ ਬਾਰੇ ਵੀ ਇਹੀ ਕਿਹਾ ਜਾ ਸਕਦਾ, COVID-19 ਬਾਰੇ ਵੀ ਇਹੀ ਕਿਹਾ ਜਾ ਰਿਹਾ ਵੀ ਆਉਣ ਵਾਲੀ ਵਿੰਟਰ ਦੇ ਵਿੱਚ ਜਿਹੜੀ ਸੈਕਿੰਡ ਵੇਵ ਆਉਣੀ ਆ, ਹੋ ਸਕਦਾ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੋਵੇ। ਪਰ ਹੁੰਦਾ ਇਸ ਤਰ੍ਹਾਂ ਆਇਆ, ਜਿਸ ਤਰ੍ਹਾਂ ਆਪਾਂ ਹੌਲੀ ਹੌਲੀ ਆਪਾਂ ਨੂੰ ਕਿਸੇ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਵੀ ਇਹ ਗੁੱਸੇ ਕਿਹੜੀ ਚੀਜ਼ ਤੋਂ ਹੁੰਦਾ, ਇਹਨੂੰ ਖੁਸ਼ ਕਿਵੇਂ ਕਰਨਾ, ਇਹਦੇ ਨਾਲ ਕਿਵੇਂ ਰਹਿਣਾ, ਉਸੇ ਤਰ੍ਹਾਂ ਸਾਡੇ ਬਿਹੇਵੀਅਰ 'ਚ ਚੇਂਜਸ ਆ ਕੇ
ਸਾਨੂੰ ਕੁਛ ਉਹਦੇ ਬਾਰੇ ਜਾਣਕਾਰੀ ਹੋ ਜਾਂਦੀ ਹੈ, ਫਿਰ ਅਸੀਂ ਉਹ ਤੋਂ ਬਚਣ ਦੇ ਤਰੀਕੇ ਲੱਭ ਲੈਂਦੇ ਹਾਂ। ਤੇ ਦੂਸਰੀ ਗੱਲ, ਜਿਸ ਤਰ੍ਹਾਂ ਲੋਕਾਂ ਨੂੰ ਜਿੰਨੇ ਵੀ ਲੋਕੀ ਜ਼ਿਆਦਾ ਇਨਫੈਕਟਡ ਹੋਣਗੇ ਜਾਂ ਟਾਈਮ ਟੂ ਟਾਈਮ ਇਨਫੈਕਟ ਹੋਣਗੇ, ਉਹਨਾਂ ਦੇ ਗਰੁੱਪ ਦੇ ਵਿੱਚ ਜਾਂ ਉਹਨਾਂ ਡੈਮੋਗ੍ਰਾਫਿਕਸ ਦੇ ਵਿੱਚ ਹੌਲੀ ਹੌਲੀ ਜਿਹੜੀ ਹਰਡ ਇਮਿਊਨਿਟੀ ਵਧਣ ਦੀ ਸੰਭਾਵਨਾ ਹੈਗੀ ਆ। ਹਰਡ ਇਮਿਊਨਿਟੀ ਇੱਕ ਇਹੋ ਜਿਹੀ ਆ ਵੀ ਜਿਹੜੀ ਤੁਹਾਡੀ ਸਰੀਰਕ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਹੈ, ਉਹ ਇੱਕ ਟਾਈਮ ਤੇ ਇੰਨੀ ਡਿਵੈਲਪ ਹੋ ਜਾਂਦੀ ਹੈ ਵੀ ਤੁਹਾਨੂੰ ਕੀਟਾਣੂ ਕੁਛ ਨਹੀਂ ਕਹਿੰਦੇ। ਆਮ ਤੌਰ ਤੇ ਆਪਾਂ ਦੇਖਿਆ ਹੋਣਾ, ਆਪਣੀ ਬਾਡੀ ਇੱਕ ਕਿਸਮ ਦਾ ਥੈਲਾ ਹੈਗਾ, ਉਹਦੇ ਆਲੇ ਦੁਆਲੇ ਕਿੰਨੇ ਹੀ ਬੈਕਟੀਰੀਆ ਵਾਇਰਸਿਸ ਤੁਰੇ ਫਿਰਦੇ ਆ, ਪਰ ਸਾਨੂੰ ਸਾਰੇ ਨਹੀਂ ਉਹ ਡੰਗ ਮਾਰਦੇ ਜਾਂ ਸਾਨੂੰ ਸਾਰੇ ਇਨਫੈਕਟ ਨਹੀਂ ਕਰਦੇ, ਕਿਉਂਕਿ ਸਾਡੇ ਵਿੱਚ ਉਹ ਟਾਕਰਾ ਕਰਨ ਦੀ ਸ਼ਕਤੀ ਹੈਗੀ ਆ, ਜਾਂ ਕੁਦਰਤ ਨੇ ਸਾਡੇ ਵਿੱਚ ਇਹੋ ਜਿਹੀ ਇੱਕ ਸ਼ਕਤੀ ਪਾਈ ਆ ਵੀ ਉਹ ਸਾਰੀਆਂ ਚੀਜ਼ਾਂ ਸਾਡੇ ਅੰਦਰ ਜਾ ਕੇ ਕੋਈ ਵਿਗਾੜ ਨਹੀਂ ਪੈਦਾ ਕਰਦੀਆਂ। ਅਸੀਂ ਉਹਨੂੰ ਮਤਲਬ ਸੇਫ ਤਰੀਕੇ ਦੇ ਨਾਲ ਉਹਨੂੰ ਹੈਂਡਲ ਕਰਕੇ ਉਹਨੂੰ ਡਿਫਿਊਜ਼ ਕਰ ਸਕਦੇ ਹਾਂ। ਜੀ ਬਿਲਕੁਲ ਡਾਕਟਰ ਗਿੱਲ, ਤੇ ਇਦਾਂ ਹੀ ਜਿਹੜੀ ਅਸੀਂ ਗੱਲਬਾਤ ਕਰਦੇ ਰਵਾਂਗੇ। ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ FYI ਮੀਡੀਆ ਤੇ ਅੱਜ ਗੱਲਬਾਤ ਹੋ ਰਹੀ ਹੈ ਡਾਕਟਰ ਹਰਮਿੰਦਰ ਸਿੰਘ ਗਿੱਲ ਦੇ ਨਾਲ, ਜਿਹੜੇ ਸਾਨੂੰ ਦੱਸ ਰਹੇ ਆ ਕਿ ਵਾਇਰਸਿਸ ਦੀ ਹਿਸਟਰੀ ਕੀ ਰਹੀ ਹੈਗੀ ਹੈ। ਸੋ ਡਾਕਟਰ ਗਿੱਲ ਜੀ, ਹੁਣ ਅਸੀਂ COVID-19 ਦੀ ਗੱਲ ਕਰ ਰਹੇ ਹੈਗੇ ਆ, ਤਾਂ ਇਹਦੇ ਵਿੱਚ ਟ੍ਰਾਇਲਸ ਹੋ ਰਹੇ ਨੇ, ਹਿਊਮਨ ਟ੍ਰਾਇਲਸ ਹੋ ਰਹੇ ਨੇ, ਜਾਨਵਰਾਂ ਦੇ ਉੱਤੇ ਵੀ ਟ੍ਰਾਇਲ ਹੋ ਰਹੇ ਨੇ। ਤੇ ਇਹ ਜਿਹੜੇ ਟ੍ਰਾਇਲ ਹੁੰਦੇ ਨੇ, ਇਹ ਕੀ ਪ੍ਰਕਿਰਿਆ, ਕੀ ਪ੍ਰੋਸੈਸ ਹੁੰਦਾ ਜਦੋਂ ਟ੍ਰਾਇਲ ਹੁੰਦਾ ਹੈ? ਤਾਂ ਇਹ ਪਬਲਿਕ ਜਿਹੜੀ ਹੈਲਥ ਦਾ ਵਿਸ਼ਾ ਹੈਗਾ, ਪਰ ਜਿੰਨੀ ਕੁ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਜੀ, ਜਿੰਨੀ ਕੁ ਮੈਂ ਇਹਦੇ ਬਾਰੇ ਨੌਲੇਜ ਇਕੱਠੀ ਕਰ ਸਕਿਆ। ਕੋਈ ਵੀ ਚੀਜ਼ ਨੂੰ ਜਦੋਂ ਕੋਈ ਮਹਾਮਾਰੀ ਆਉਂਦੀ ਹੈ ਜਾਂ ਕੋਈ ਵੀ ਆਉਂਦੀ ਹੈ, ਕੋਈ ਬਿਮਾਰੀ ਆਉਂਦੀ ਆ, ਉਹਦੇ ਤੋੜ ਵਾਸਤੇ ਸਾਨੂੰ ਜਾਂ ਤਾਂ ਕੋਈ ਦਵਾਈਆਂ ਲੱਭਣੀਆਂ ਪੈਂਦੀਆਂ, ਤੇ ਜਾਂ ਦੂਸਰਾ ਤਰੀਕਾ ਹੈ ਵੀ ਉਹ ਬਿਮਾਰੀ ਨਾ ਫੈਲੇ ਤੇ ਉਹਦੇ ਪ੍ਰੋਫਾਈਲੈਕਸਿਸ ਜਾਂ ਉਹਦੇ ਵੈਕਸੀਨ ਲੱਭਣੇ ਪੈਂਦੇ ਹੈਗੇ ਆ। ਤੇ ਇਹ ਇੱਕ ਜਿਸ ਤਰ੍ਹਾਂ ਹੁਣ ਇਹ ਮਹਾਮਾਰੀ ਬਣ ਕੇ ਉੱਭਰ ਕੇ ਸਾਹਮਣੇ ਆਈ ਹੈ, ਤਾਂ ਸਾਰੇ ਦੇਸ਼ਾਂ ਦੀ ਕੋਸ਼ਿਸ਼ ਜਾਂ ਪਬਲਿਕ ਹੈਲਥ ਐਕਸਪਰਟ ਦੀ ਕੋਸ਼ਿਸ਼ ਸੀ ਵੀ ਇਹਦੇ ਵਾਸਤੇ ਕੋਈ ਇਹੋ ਜਿਹਾ ਲੱਭਿਆ ਜਾਵੇ ਵੀ ਅਸੀਂ ਉਹ ਪਬਲਿਕ ਦੇ ਵਿੱਚ ਉਹ ਇੰਜੈਕਸ਼ਨ ਦੇ ਦਈਏ ਜਾਂ ਵੈਕਸੀਨ ਦੇ ਦਈਏ, ਇਹ ਬਿਮਾਰੀ ਉਹਨਾਂ ਨੂੰ ਹੋਵੇ ਹੀ ਨਾ ਜਾਂ ਅੱਗੇ ਨਾ ਫੈਲੇ ਜੀ। ਤੇ ਇਹਦੇ ਵਾਸਤੇ ਡਿਫਰੈਂਟ ਵਿਧੀਆਂ ਅਪਣਾਈਆਂ ਜਾਂਦੀਆਂ ਜੀ। ਜਿਹੜੀਆਂ ਕੰਪਨੀਆਂ ਅੱਗੇ ਉਹ ਪਹਿਲਾਂ ਉਹਦੇ ਫੰਡਿੰਗ ਇਕੱਠੀਆਂ ਕਰਦੀਆਂ, ਫਿਰ ਵੈਂਚਰ ਕੈਪੀਟਲਿਸਟ ਨੂੰ ਬੁਲਾਉਂਦੀਆਂ, ਉਹ ਕਹਿੰਦੀਆਂ ਵੀ ਸਾਡੇ ਕੋਲੇ ਆਹ ਟੈਕਨੋਲੋਜੀ ਹੈਗੀ ਆ, ਫਿਰ ਲੋਕੀ ਉਹਦੇ ਵਾਸਤੇ ਫੰਡਿੰਗ ਕਰਦੇ ਆ, ਫਿਰ ਉਹਨਾਂ ਦੀਆਂ ਮਤਲਬ ਜਿਹੜੀਆਂ ਟਰਾਇਲ ਸ਼ੁਰੂ ਹੁੰਦੀਆਂ, ਉਹ ਬੰਦੇ ਐਕਸਪਰਟ ਹਾਇਰ ਕਰਦੇ ਆ। ਉਹ ਸਭ ਤੋਂ ਪਹਿਲਾਂ ਜਿਹੜੀਆਂ ਐਨੀਮਲ ਟਰਾਇਲਸ ਹੁੰਦੀਆਂ ਜੀ, ਉਹ ਜਿਵੇਂ ਛੋਟੇ ਜਾਨਵਰ, ਚੂਹੇ ਹੋਏ, ਖਰਗੋਸ਼ ਹੋਏ। ਹੁਣ ਜਿਹੜੀਆਂ ਮਤਲਬ ਹੈਗੀਆਂ ਕੁਛ ਆਰਗੇਨਾਈਜੇਸ਼ਨਾਂ ਇਹ ਵੀ ਅੱਗੇ ਆ ਰਹੀਆਂ ਵੀ ਅਸੀਂ ਪਸ਼ੂਆਂ ਨੂੰ ਕਿਉਂ ਤੰਗ ਕਰਦੇ ਹਾਂ ਆਪਦੇ ਮਨੁੱਖ ਦੇ ਸੁੱਖ ਵਾਸਤੇ, ਪਰ ਹਲੇ ਤੱਕ ਇਹ ਇੰਨੀ ਐਥਿਕਸ ਇੰਨੀ ਸਟਰੋਂਗ ਨਹੀਂ ਹੋਏਗੀ। ਹਲੇ ਵੀ ਸਟਿਲ ਦੇ ਯੂਜ਼ਿੰਗ ਗਿਨੀ ਪੈਗਸ, ਜਿਹੜੇ ਲੈਬ ਹੁੰਦੇ ਆ, ਐਨੀਮਲਸ ਹੁੰਦੇ ਆ, ਜਾਂ ਈਵਨ ਬਾਂਦਰਾਂ ਤੱਕ ਵੀ ਇਹ ਪ੍ਰਯੋਗ ਕੀਤੇ ਜਾਂਦੇ ਆ। ਉਹ ਜਦੋਂ ਰੌਲਾ ਪੈ ਜਾਂਦਾ ਵੱਡੇ ਐਨੀਮਲਸ ਤੇ, ਫਿਰ ਇਹ ਜਿਹੜੀਆਂ ਕੰਪਨੀਆਂ ਕੈਪੀਟਲਿਸਟ ਕੰਟਰੀਆਂ ਹੁੰਦੀਆਂ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਥਰਡ ਵਰਲਡ ਕੰਟਰੀ ਹੈਗੇ ਆ, ਜਿੱਥੇ ਹਾਲੇ ਕੋਈ ਇਹੋ ਜਿਹੀ ਐਥਿਕਸ ਹੈ ਨਹੀਂ ਗੀ, ਉੱਥੇ ਜਾ ਕੇ ਆਪਣੀ ਉਹ ਟਰਾਇਲ ਸ਼ੁਰੂ ਕਰ ਦਿੰਦੇ ਹੈਗੇ ਆ। ਉਸ ਤੋਂ ਬਾਅਦ ਆਉਂਦੀ ਜਦੋਂ ਉਹ ਦੇਖਦੇ ਆ ਵੀ ਉਹਨਾਂ ਮਤਲਬ ਐਨੀਮਲਾਂ ਦੇ ਵਿੱਚ ਉਹ ਰਿਜ਼ਲਟ ਜਿਹੜੇ ਡਿਜ਼ਾਇਰਡ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਆ, ਜਾਂ ਉਹਨੂੰ ਟਵੀਕਿੰਗ ਕਰ ਲੈਂਦੇ ਹੈਗੇ ਆ। ਤੇ ਕਿਉਂਕਿ ਸਾਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਤੁਹਾਡੀ, ਉਹ ਤੁਹਾਡੇ ਇਮਿਊਨ ਸਿਸਟਮ ਨੂੰ ਕਿਸ ਤਰ੍ਹਾਂ ਸਟਰੋਂਗ ਕਰਕੇ ਤੇ ਉਸ ਤੋਂ ਟਾਕਰਾ ਕਰਕੇ ਉਹਨੂੰ ਬਚਾਉਣਾ ਜੀ। ਉਹਨਾਂ ਨੂੰ ਪਹਿਲਾਂ ਐਕਸਪੋਜ਼ ਕੀਤਾ ਜਾਂਦਾ ਜਿਹੜੇ ਜਾਨਵਰਾਂ ਨੂੰ ਉਸ ਬਿਮਾਰੀ ਦੇ ਨਾਲ, ਫਿਰ ਉਹਨਾਂ ਦੇ ਕੋਲੇ ਉਹੋ ਜਿਹੇ ਰੱਖੇ ਜਾਂਦੇ ਆ ਵੀ ਜਿਨ੍ਹਾਂ ਤੋਂ ਉਹਨਾਂ ਨੂੰ ਫੈਲਣ ਦਾ ਖਤਰਾ ਹੋਵੇ। ਤੇ ਜਦੋਂ ਉਹ ਵੈਕਸੀਨ ਟੈਸਟਿੰਗ ਕਰਦੇ ਆ, ਉਹ ਫਿਰ ਉਹ ਦੇਖਦੇ ਆ ਵੀ ਉਹਨਾਂ ਦੇ ਉੱਤੇ ਪ੍ਰਭਾਵ ਕਿਹੋ ਜਿਹੇ ਸੀ, ਵੀ ਜਿਨ੍ਹਾਂ ਨੂੰ ਉਹ ਵੈਕਸੀਨ ਦਿੱਤਾ ਗਿਆ ਸੀ ਉਹਨਾਂ ਤੇ ਸੇਮ ਪ੍ਰਭਾਵ ਸੀ, ਜਾਂ ਜਿਨ੍ਹਾਂ ਨੂੰ ਨਹੀਂ ਵੈਕਸੀਨ ਦਿੱਤਾ ਗਿਆ ਸੀ ਸੇਮ ਪ੍ਰਭਾਵ ਸੀ। ਇਹ ਜਿਹੜਾ ਪ੍ਰੋਸੈਸ ਹੈਗਾ 12 ਤੋਂ 18 ਮਹੀਨੇ ਆਮ ਤੌਰ ਤੇ ਕਿਹਾ ਜਾਂਦਾ ਹੈਗਾ ਸਾਇੰਟੀਫਿਕ ਜਿਹੜੇ ਐਕਸਪਰਟ ਹੈ ਉਹਨਾਂ ਦੇ ਮੁਤਾਬਕ। ਤੇ ਇਹਨੂੰ ਆਪਾਂ ਫਾਸਟ ਫਾਰਵਰਡ ਨਹੀਂ ਕਰ ਸਕਦੇ, ਇਹ ਇੰਨਾ ਟਾਈਮ ਹੀ ਲੱਗਣਾ। ਜੇ ਆਪਾਂ ਜਿਸ ਤਰ੍ਹਾਂ ਕਹੀਏ ਵੀ ਕੋਈ ਆਪਾਂ ਕੋਈ ਹੋਰ ਪ੍ਰੋਜੈਕਟ ਹੈ, ਕੋਈ ਚੀਜ਼ ਡਿਵੈਲਪ ਕਰਨੀ ਹੈ, ਕੋਈ ਟੂਲ ਬਣਾਉਣਾ, ਉੱਥੇ ਕਿਉਂਕਿ ਜਿਹੜੀ ਪਬਲਿਕ ਦੀ ਜਿਹੜੀ ਜਾਨ ਮਾਲ ਜਿਹੜੀ ਜਾਨ ਹੁੰਦੀ ਆ, ਉਨੀ ਆਪਾਂ ਖਤਰੇ 'ਚ ਨਹੀਂ ਪਾ ਸਕਦੇ। ਵੱਧ ਤੋਂ ਵੱਧ ਜਿਹੜਾ ਕੋਈ ਪ੍ਰੈਕਟੀਕਲ ਤੁਸੀਂ ਕਰਦੇ ਆ, ਤੁਹਾਡਾ ਨੁਕਸਾਨ ਹੋ ਜਾਊ, ਫਾਈਨੈਂਸ਼ੀਅਲੀ ਲਾਸ ਹੋ ਜਾਊਗਾ, ਪ੍ਰੋਡਕਟ ਟਾਈਮ ਤੇ ਨਹੀਂ ਆਊਗਾ, ਜਾਂ ਪੈਸੇ ਦਾ ਨੁਕਸਾਨ ਹੋ ਜਾਊ। ਜਿੱਥੇ ਲੋਕਾਂ ਦੀ ਜਿਹੜੀ ਨਾਲ ਜਾਨ
ਤੇ ਉਹਨਾਂ ਦੀ ਸੁਰੱਖਿਆ ਦਾ ਜੁੜੀ ਹੋਏ ਉੱਥੇ ਤੁਸੀਂ ਉਹੋ ਜਿਹਾ ਰਿਸਕ ਨਹੀਂ ਲੈ ਸਕਦੇ। ਤੇ ਫਿਰ ਉਹ ਜਿਹੜੀਆਂ ਐਨੀਮਲ ਟਰਾਇਲਸ ਤੋਂ ਬਾਅਦ ਜਿਹੜੀਆਂ ਹਿਊਮਨ ਟਰਾਇਲਸ ਦੀ ਗੱਲ ਆਉਂਦੀ ਹੈ, ਫਿਰ ਉਹਨਾਂ ਦੇ ਦੇਖਿਆ ਜਾਂਦਾ, ਫਿਰ ਵੱਡੇ ਗਰੁੱਪ ਤੇ ਉਹ ਪਹਿਲਾਂ ਛੋਟੇ ਗਰੁੱਪ ਤੇ ਟਰਾਈ ਕੀਤੇ ਜਾਂਦਾ, ਫਿਰ ਵੱਡੇ ਗਰੁੱਪ ਤੇ, ਫਿਰ ਅੱਗੇ ਉਹਦੀਆਂ ਸਟੱਡੀਜ਼ ਹੁੰਦੀਆਂ, ਫਿਰ ਡਿਫਰੈਂਟ ਡੈਮੋਗ੍ਰਾਫਿਕਸ ਹੁੰਦੀਆਂ, ਡਿਫਰੈਂਟ ਏਜ ਗਰੁੱਪ 'ਚ ਹੁੰਦੀਆਂ, ਫਿਰ ਕਿਤੇ ਜਾ ਕੇ ਵੈਕਸੀਨ ਇਹ ਮਾਰਕੀਟ ਦੇ ਵਿੱਚ ਆਉਂਦਾ ਹੈਗਾ ਜੀ। ਜੀ ਬਿਲਕੁਲ ਬਿਲਕੁਲ, ਕਹਿ ਸਕਦੇ ਕਿ ਇੱਕ ਲੰਮਾ ਪ੍ਰੋਸੈਸ ਹੈਗਾ ਆ, ਸੱਚੀ ਇਹਦੇ ਲਈ ਟਾਈਮ ਲੱਗਣਾ ਹੈਗਾ ਆ। ਸੋ ਕਈ ਵਾਰ ਜਿਵੇਂ ਤੁਸੀਂ ਦੱਸਿਆ ਕਿ ਅਲੱਗ-ਅਲੱਗ ਏਜ ਗਰੁੱਪਸ ਦੇ ਉੱਤੇ ਹੁੰਦਾ ਆ, ਸੋ ਇਹ ਦੇਖਣਾ ਹੈ ਕਿ ਇਹ ਜਿਹੜੀ ਵੈਕਸੀਨ ਹੈਗੀ ਹੈ ਕਿਹੜੇ ਏਜ ਗਰੁੱਪਸ ਨੂੰ ਇਫੈਕਟਿਵ ਹੈਗੀ ਹੈ, ਕਿਉਂਕਿ ਬਣਾਉਣਾ ਤਾਂ ਉਹਨਾਂ ਨੇ ਸਾਰੀ ਦੁਨੀਆ ਦੇ ਲਈ ਹੈ। ਸੋ ਹੁਣ ਮੈਡੀਕਲ ਖੇਤਰ ਦੇ ਵਿੱਚ, ਰਿਸਰਚ ਖੇਤਰ ਦੇ ਵਿੱਚ ਕਿੰਨੀਆਂ ਟਰਾਇਲਸ ਚੱਲ ਰਹੀਆਂ ਨੇ ਇਸ ਟਾਈਮ ਦੇ ਉੱਤੇ? ਜਾਂ ਪਹਿਲਾਂ ਇਹ ਕਿਹਾ ਜਾ ਸਕਦਾ ਵੀ 92 ਦੇ ਕਰੀਬ ਹੈਗੀਆਂ, ਹੋ ਸਕਦਾ ਹੁਣ ਅੱਜ ਦੀ ਤਰੀਕ ਦੇ ਵਿੱਚ ਇਹ ਨੰਬਰ 100 ਤੋਂ ਵੀ ਜ਼ਿਆਦਾ ਟੱਪ ਗਿਆ ਹੋਵੇ ਜੀ। ਔਰ ਕਈ ਕੰਪਨੀਆਂ, ਇਹ ਹਮੇਸ਼ਾ ਹੀ ਹੁੰਦਾ ਹੈਗਾ ਜਦੋਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ, ਬਹੁਤ ਸਾਰੀਆਂ ਕੰਪਨੀਆਂ ਸ਼ੁਰੂ ਕਰਦੀਆਂ, ਅਖੀਰ ਦੇ ਵਿੱਚ ਉਹ ਐਂਡ ਰਿਜ਼ਲਟ ਦੇ ਵਿੱਚ ਥੋੜ੍ਹੀਆਂ ਗਿਣਤੀ ਦੀਆਂ ਕੰਪਨੀਆਂ ਜਾਂ ਦਰਜਨ ਕੰਪਨੀਆਂ ਰਹਿ ਜਾਂਦੀਆਂ ਜਿਨ੍ਹਾਂ ਦਾ ਆਪਸ ਵਿੱਚ ਕੰਪੀਟ ਕਰਕੇ ਤੇ 2-4 ਵੈਕਸੀਨ ਉਹਨਾਂ ਦੇ ਵਿੱਚੋਂ ਆਉਂਦੀ ਹੈ। ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਆ ਜੀ ਬਿਲਕੁਲ। ਤੇ ਹੁਣ ਜੇ ਅਸੀਂ ਸਿਸਟਮ ਦੀ ਗੱਲ ਕਰੀਏ ਤਾਂ ਅਸੀਂ ਸਿਸਟਮ ਦੇ ਨਾਲ ਚੱਲਣਾ ਹੈਗਾ, ਜਿਵੇਂ ਚੱਲ ਰਿਹਾ ਹੈਗਾ ਆ, ਜਿਵੇਂ ਅਸੀਂ ਇਹ ਵਾਇਰਸ ਸਾਡੇ ਨਾਲ ਹੈ ਤੇ ਸਾਨੂੰ ਇਹਦੇ ਲਈ ਕਹਿ ਸਕਦੇ ਹਾਂ ਕਿ ਪਰਿਪੱਕ ਹੋਣਾ ਪੈਣਾ ਹੈ ਕਿ ਅਸੀਂ ਇਹਨੂੰ ਵਾਇਰਸ ਦੇ ਨਾਲ ਹੀ ਆਪਣੀ ਲਾਈਫ ਨੂੰ ਦੁਬਾਰਾ ਸਟਾਰਟ ਕਰ ਸਕਦੇ। ਤੇ ਹੁਣ ਉਹਦੇ ਲਈ ਵਰਚੁਅਲ ਸਿਸਟਮ ਹੈਗਾ ਆ, ਉਹ ਦੁਬਾਰਾ ਸ਼ੁਰੂ ਹੋਣ ਲੱਗ ਗਿਆ ਹੈਗਾ ਆ ਕਿ ਜਿਵੇਂ ਹੁਣ ਤੁਸੀਂ ਵੀ ਵਰਚੁਅਲ ਆਪਣੇ ਪੇਸ਼ੈਂਟਸ ਨੂੰ ਦੇਖ ਰਹੇ ਹੈਗੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜ਼ਿਆਦਾ ਅੱਗੇ ਜਾ ਕੇ ਫਿਊਚਰ ਦੇ ਵਿੱਚ ਸਾਹਮਣੇ ਆਉਣਗੀਆਂ। ਹਾਂਜੀ, ਜਿਵੇਂ ਡਾਟਾ ਸਾਇੰਸ ਇਵੋਲਵ ਹੋਈ ਜਾਂਦੀ ਹੈ ਜੀ, ਆਪਾਂ ਨੂੰ ਕਰੋਨਾ ਵਾਇਰਸ ਨੇ ਇਹ ਜ਼ਰੂਰ ਸਿਖਾਤਾ ਵੀ ਸਾਨੂੰ ਹੁਣ ਪਤਾ ਲੱਗ ਗਿਆ ਵੀ ਜਿਹੜਾ ਇਹ ਚੀਜ਼ ਫੈਲਦੀ ਹੈ ਉਹ ਕਿਵੇਂ ਫੈਲਦੀ ਹੈ, ਜਾਂ ਇਹਦਾ ਆਪਾਂ ਜੇ ਕੰਟਰੋਲ ਕਰਨਾ ਤਾਂ ਲੋਕਾਂ ਦੀ ਆਵਾਜਾਈ ਨੂੰ ਕੰਟਰੋਲ ਕਰਕੇ ਕਰ ਸਕਦੇ ਹਾਂ, ਜਾਂ ਕਿਹੜੇ ਇਲਾਕਿਆਂ ਦੇ ਵਿੱਚ ਇਹ ਜ਼ਿਆਦਾ ਫੈਲਦਾ, ਜਾਂ ਇਹਦੀ ਜਿਹੜੀ ਰਫ਼ਤਾਰ ਹੈ ਉਹ ਕਿੰਨੀ ਹੈਗੀ ਆ। ਇਹ ਸਾਰੀਆਂ ਚੀਜ਼ਾਂ ਨੇ ਲੋਕਾਂ ਦੇ ਜਦੋਂ ਉਹ ਕਿਉਂ ਹੋ ਸਕਿਆ ਪੋਸੀਬਲ, ਉਹ ਇਸੇ ਕਰਕੇ ਪੋਸੀਬਲ ਹੋ ਸਕਿਆ ਕਿਉਂਕਿ ਜਿਹੜੀ ਡਾਟਾ ਸਾਇੰਸ ਹੈਗੀ ਆ ਉਹਦੀ ਇਨਵੋਲਵਮੈਂਟ ਇਹਨਾਂ ਦਿਨਾਂ ਦੇ ਵਿੱਚ ਕਾਫੀ ਹੋਈ ਹੈਗੀ ਆ। ਜਿਸ ਤਰ੍ਹਾਂ ਇਹ ਡਾਟਾ ਮਤਲਬ ਇਕੱਠਾ ਹੁੰਦਾ ਗਿਆ, ਲੋਕਾਂ ਦੇ ਕੋਲੇ ਆਪਾਂ ਨੂੰ ਪਤਾ ਲੱਗਦਾ ਰਿਹਾ, ਪਰ ਜਿੱਥੇ ਘਾਟ ਹੋਈ ਹੈਗੀ ਆ, ਜਿਹੜੀ ਚੀਜ਼ ਜਹਾਜ਼ਾਂ ਤੇ ਚੜ੍ਹ ਕੇ ਫੈਲ ਸਕਦੀ ਹੈ, ਜੇ ਅਸੀਂ ਉਹਦੇ ਵਾਸਤੇ ਪਹਿਲਾਂ ਹੀ ਸੋਚਾਂਗੇ ਫੇਰ ਹੀ ਉਹਦਾ ਇਲਾਜ ਹੋ ਸਕਦਾ, ਜਿਹੜੀ ਕਿ ਕੋਤਾਹੀ ਹੋਈ ਹੈ, ਜਿਹੜੀ ਕਿ ਡਾਟਾ ਸ਼ੇਅਰ ਕਰਨਾ ਚਾਹੀਦਾ ਸੀ। ਹੁਣ ਬਲੇਮ ਗੇਮ ਚੱਲ ਰਹੀ ਹੈ, ਟਰੰਪ ਸਾਹਿਬ ਚਾਈਨਾ ਨੂੰ ਬਲੇਮ ਕਰ ਰਹੇ ਜਾਂ WHO ਨੂੰ ਕਰ ਰਹੇ ਆ, ਪਰ ਹਰ ਸ਼ਖਸ ਦੀ ਜਾਂ ਹਰ ਕੰਟਰੀ ਦੀ, ਹਰ ਮੁਲਕ ਦੀ ਆਪਣੀ ਜ਼ਿੰਮੇਵਾਰੀ ਵੀ ਹੁੰਦੀ ਹੈ ਵੀ ਅਸੀਂ ਆਪਦੇ ਲੋਕਾਂ ਨੂੰ ਕਿਵੇਂ ਸੇਫ ਰੱਖਣਾ, ਜਾਂ ਆਪਦੀ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਮਹਾਂਮਾਰੀਆਂ ਫੈਲਣ ਤੋਂ ਕਿਵੇਂ ਬਚਾਉਣੀਆਂ। ਤੇ ਇਹ ਸਾਰੇ ਦਾ ਸਿੱਟਾ ਕੱਢ ਕੇ ਜਿਸ ਤਰ੍ਹਾਂ ਹੋਇਆ, ਹੌਲੀ ਹੌਲੀ ਮਤਲਬ ਲੋਕਾਂ ਦੇ ਵਿੱਚ ਅਵੇਅਰਨੈਸ ਆਈ, ਜਾਂ ਹੁਣ ਪਤਾ ਲੱਗਿਆ, ਹੁਣ ਅਸੀਂ ਇਸ ਪਾਸੇ ਜ਼ੋਰ ਦੇਣਾ ਸ਼ੁਰੂ ਕੀਤਾ। ਤੇ ਜਿਹੜੀ ਡਾਟਾ ਜਿਹੜਾ ਇਕੱਠਾ ਕਰਨ ਦੀ ਸਾਇੰਸ ਹੈ, ਜਾਂ ਅੰਕੜਾ ਸਾਇੰਸ ਜਿਹਨੂੰ ਕਹਿ ਦਿੰਦੇ ਹੈਗੇ ਆ, ਉਹ ਤੋਂ ਇਵਾਲਵ ਹੋ ਕੇ ਹੌਲੀ ਹੌਲੀ ਜਦੋਂ ਜਿਹੜੀ ਬਿਮਾਰੀ ਦਾ ਇਲਾਜ ਹੀ ਇਹ ਆ ਵੀ ਤੁਸੀਂ ਦੂਰ ਰਹਿ ਕੇ ਉਹ ਤੋਂ ਕਰਨਾ, ਜਾਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਰੱਖਣੀ ਆ, ਉਹਦਾ ਇਲਾਜ ਆਪਾਂ ਨੇੜੇ ਬਹਿ ਕੇ ਕਿਉਂ ਕਰਾਂਗੇ, ਜਾਂ ਕਿਵੇਂ ਕੀਤਾ ਜਾਊਗਾ। ਫਿਰ ਉਹਦੇ ਵਿੱਚੋਂ ਇਹ ਨਿਕਲੇ ਵੀ ਵਰਚੁਅਲ ਜਿਹੜੀ ਹੈਗੀਆਂ ਪ੍ਰੈਕਟਿਸ, ਜਾਂ ਵਰਚੁਅਲ ਮੈਡੀਕਲ ਸਾਇੰਸ ਦਾ ਜਿਹੜੀ ਖੋਜ ਕਰਕੇ, ਕਿਉਂਕਿ ਕੰਮ ਤਾਂ ਇਹ ਪਹਿਲਾਂ ਤੋਂ ਵੀ ਚੱਲ ਰਿਹਾ ਸੀਗਾ, ਪਰ ਇਹ ਪੋਸੀਬਲ ਨਹੀਂ, ਇੰਨੀ ਜਲਦੀ ਪੋਸੀਬਲ ਨਹੀਂ ਸੀ ਹੋਇਆ। ਕਰੋਨਾ ਵਾਇਰਸ ਦੇ ਨਾਲ ਇਹ ਜਲਦੀ ਪੋਸੀਬਲ ਹੋ ਗਿਆ ਜੀ। ਬਿਲਕੁਲ। ਤੇ ਹੁਣ ਸਾਨੂੰ ਅਸੀਂ ਕਈ ਸੌਖਾ ਵੀ ਜਿਹੜਾ ਸਮਝ ਰਹੇ ਹੈਗੇ ਆ ਵਰਚੁਅਲ ਨੂੰ। ਤੇ ਹੁਣ ਜਿਵੇਂ ਡਾਕਟਰੀ ਦੇ ਫੀਲਡ ਦੇ ਵਿੱਚ ਤੁਹਾਨੂੰ ਪੇਸ਼ੈਂਟ ਨੂੰ ਦੇਖਣਾ ਪੈਂਦਾ ਆ, ਉਹਨਾਂ ਦੇ ਨਾਲ ਜੇ ਗੱਲਬਾਤ ਕਰਨੀ ਪੈਂਦੀ ਹੈ, ਤੇ ਉਹਨਾਂ ਨੂੰ ਉਹ ਜਿਹੜਾ ਸਿਸਟਮ ਹੈਗਾ ਆ, ਇਹ ਮੈਡੀਕਲ ਸਿਸਟਮ, ਇਹ ਜਦੋਂ ਚੇਂਜ ਹੋਊਗਾ ਤੇ ਲੋਕਾਂ ਦੇ ਉੱਤੇ ਵੀ ਇਹਦਾ ਕੋਈ ਪ੍ਰਭਾਵ ਪਊਗਾ ਕਿ ਅਸੀਂ ਉਹਨਾਂ ਨੂੰ ਵਰਚੁਅਲ ਚੰਗੀ ਤਰ੍ਹਾਂ ਦੇਖ ਸਕਦੇ ਹਾਂ, ਨਹੀਂ ਦੇਖ ਸਕਦੇ। ਸੋ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਹਾਂਜੀ, ਕਿਉਂਕਿ ਇਹ ਇੱਕ ਦਿਨ ਦੇ ਵਿੱਚ ਨਹੀਂ ਇਵਾਲਵ ਹੋਇਆ ਅਰਸ਼ੀ, ਹੌਲੀ ਹੌਲੀ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਵੀ ਪਹਿਲਾਂ ਜਿਹੜਾ ਪਰੰਪਰਾਗਤ ਜਿਹਨੂੰ ਮੈਡੀਕਲ ਸਿਸਟਮ ਜਾਂ ਕਨਵੈਨਸ਼ਨਲ ਮੈਡੀਕਲ ਪ੍ਰਣਾਲੀ ਸੀਗੀ, ਉਹਦੇ ਵਿੱਚ ਜਿਹੜਾ ਡਾਕਟਰ ਸੈਂਟਰਡ ਸੀਗੀ ਪ੍ਰਣਾਲੀ, ਜਾਂ ਪੁਰਾਣੇ ਜ਼ਮਾਨਿਆਂ 'ਚ ਕਹਿ ਲਓ ਵੈਦ ਸੈਂਟਰਡ ਪ੍ਰਣਾਲੀ ਸੀਗੀ, ਵੀ ਉਹ ਤੁਸੀਂ ਉਹੀ ਗੱਲ ਸੁਣਦੇ ਸੀ ਜਿਹੜੀ ਤੁਹਾਨੂੰ ਡਾਕਟਰ ਕਹਿੰਦਾ ਸੀ। ਡਾਕਟਰ ਕਹਿੰਦਾ ਸੀ ਜੀ ਤੁਹਾਡੀ ਇਹ ਬਿਮਾਰੀ ਹੋ ਸਕਦੀ ਹੈ ਤੇ ਤੁਸੀਂ ਆਹ ਚੀਜ਼, ਇਹਦਾ ਪਰਹੇਜ਼ ਕਰੋ, ਆਹ ਉਪਚਾਰ ਕਰੋ, ਇਹਦਾ ਆਹ ਫਲਾਨੀ ਦਵਾਈ ਲਓ। ਪਰ ਹੁਣ ਉਸ ਤੋਂ ਹਟ ਕੇ ਪਿਛਲੇ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਹੀ, ਜਦੋਂ ਇਨਫੋਰਮੇਸ਼ਨ ਹਾਈਵੇਜ਼ ਖੁੱਲ੍ਹੇ,
ਜਾਂ ਇੰਟਰਨੈਟ ਤੇ ਇਨਫੋਰਮੇਸ਼ਨ ਹੋਣ ਲੱਗੀ, ਸਾਡੇ ਕੋਲੇ ਲੋਕੀ ਜਿਹੜੇ ਆਉਂਦੇ ਆ ਕਈ ਵਾਰੀ ਉਹਨਾਂ ਨੂੰ ਮਤਲਬ ਸਾਡੇ ਨਾਲੋਂ ਜ਼ਿਆਦਾ ਜਾਣਕਾਰੀ ਆਪਦੀ ਬਿਮਾਰੀ ਬਾਰੇ ਹੁੰਦੀ ਹੈ। ਹੌਲੀ ਹੌਲੀ ਇਸ ਤਰ੍ਹਾਂ ਦੇ ਵੈਬਸਾਈਟ ਆਉਣ ਲੱਗੇ, ਮਤਲਬ ਅਪੀਅਰ ਹੋਣ ਲੱਗੇ, ਜਿਨ੍ਹਾਂ ਦੇ ਵਿੱਚ ਤੁਸੀਂ ਆਪਦੇ ਸਿੰਪਟਮਸ ਪਾ ਕੇ ਵੀ ਪੇਸ਼ੈਂਟ ਲਾਈਕ ਮੀ ਜਾਂ ਗੋਡਿਆਂ ਦਾ ਕੀ ਇਲਾਜ ਹੈ, ਲੋਕਾਂ ਨੇ ਉੱਥੇ ਫੋਰਮ ਬਣਾ ਲਏ ਔਰ ਵੈਬਸਾਈਟ ਬਣਨੇ ਸ਼ੁਰੂ ਹੋ ਗਏ। ਤੇ ਜਦੋਂ ਮਤਲਬ ਜਿਹੜੇ ਲੋਕੀ ਫਾਰਮਾਸਿਊਟੀਕਲ ਕੰਪਨੀਆਂ ਸੀਗੀਆਂ ਜਾਂ ਇੰਟਰਨੈਟ ਦੀਆਂ ਕੰਪਨੀਆਂ ਸੀ, ਉਹਨਾਂ ਨੇ ਲੋਕਾਂ ਦੇ ਇਸ ਬਿਹੇਵੀਅਰ ਦਾ ਫਾਇਦਾ ਉਠਾਉਣਾ ਸ਼ੁਰੂ ਕੀਤਾ ਜੀ। ਉਹਨਾਂ ਨੇ ਕਿਹਾ ਵੀ ਕਿਉਂ ਨਾ ਇਹ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਫਿਲਟਰ ਕਰਕੇ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਉਹਦੇ ਵਿੱਚੋਂ ਕਸੀਦਾ ਕੱਢ ਕੇ ਵੀ ਜਿਹੜੀਆਂ ਰਿਸਰਚਸ ਹੋਈਆਂ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਰੱਖ ਦਈਏ। ਤੇ ਉਹ ਜਦੋਂ ਮੈਡੀਕਲ ਕਮਿਊਨਿਟੀ ਨੂੰ ਹੌਲੀ ਹੌਲੀ ਪਤਾ ਲੱਗਦਾ ਗਿਆ ਉਹਦਾ, ਤੇ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਮਤਲਬ ਜਿਹੜੇ ਵੈਬਸਾਈਟ ਸੀ ਉਹਨਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕਰਤਾ, ਜਿਵੇਂ ਆਸਕ ਐਨ ਐਕਸਪਰਟ। ਤੁਸੀਂ ਉਹਦਾ ਫਾਇਦਾ ਇਹ ਸਾਨੂੰ ਹੋਇਆ ਵੀ ਜਿਹੜੀ ਜਿੰਨੀ ਛੇਤੀ ਕੋਈ ਦੁਨੀਆ ਦੇ ਵਿੱਚ ਕਿਤੇ ਵੀ ਰਿਸਰਚ ਹੋਈ ਹੁੰਦੀ ਆ ਉਹ ਸਾਡੇ ਸਾਹਮਣੇ ਆਉਣ ਲੱਗ ਗਈ, ਪੇਸ਼ੈਂਟਾਂ ਦੇ ਵੀ ਔਰ ਡਾਕਟਰਸ ਦੇ ਵੀ। ਉਹਦਾ ਇਹ ਫਾਇਦਾ ਹੋਣ ਦਾ ਮਤਲਬ ਆਮ ਜਨਤਾ ਨੂੰ ਫਾਇਦਾ ਹੋਇਆ ਕਿਉਂਕਿ ਇਨਫੋਰਮੇਸ਼ਨ ਸਸਤੀ ਹੋ ਗਈ। ਪਹਿਲਾਂ ਜੇ ਤੁਹਾਨੂੰ ਐਕਸਪਰਟ ਨੂੰ ਕਿਸੇ ਨੂੰ $200 ਜਾਂ $100 ਫੀਸ ਦੇ ਕੇ ਦੇਣਾ ਪੈਂਦਾ ਸੀ, ਹੁਣ ਤੁਸੀਂ ਵਿਰਚੁਅਲ ਅਸਿਸਟੈਂਟ ਵਿਰਚੁਅਲ ਅਪਾਇੰਟਮੈਂਟ ਤੇ ਜਾ ਕੇ ਤੁਸੀਂ ਹੋ ਸਕਦਾ ਤੁਹਾਨੂੰ $30 ਜਾਂ $40 ਚ ਹੋਵੇ, ਔਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਇਹ ਫ੍ਰੀ ਵੀ ਹੋ ਜਾਏ, ਕਿਉਂਕਿ ਐਪਸ ਇਹੋ ਜਿਹੀਆਂ ਡਿਵੈਲਪ ਹੋ ਰਹੀਆਂ ਹੈਗੀਆਂ। ਤੇ ਸਾਨੂੰ ਜਿਹੜਾ ਕਨਵੈਨਸ਼ਨਲ ਮੈਡੀਕਲ ਸਿਸਟਮ ਤੋਂ ਚੇਂਜ ਹੋ ਕੇ ਵਿਰਚੁਅਲ ਦੇ ਵੱਲ ਨੂੰ ਜਾਣਾ ਪਊਗਾ। ਹੁਣ ਪਹਿਲਾਂ ਜੇ ਤੁਸੀਂ ਦੇਖਦੇ ਸੀ ਤਾਂ ਅੱਜ ਤੋਂ 10-15 ਸਾਲ ਪਹਿਲਾਂ ਕੋਈ ਵੀ ਕੰਪਨੀ ਨਹੀਂ ਸੀ, ਕੋਈ ਇੱਕ ਅੱਧੀ ਹੋਣੀ ਹੈ ਜਿਹੜੀ ਟੈਲੀਡੋਕ ਵਗੈਰਾ ਜਾਂ ਹੋਰ ਹੈ। ਹੁਣ ਕਿੰਨੀਆਂ ਹੀ ਕੰਪਨੀਆਂ ਜਿਹੜੀਆਂ ਜ਼ੂਮ ਦੇ ਥਰੂ, ਜ਼ੂਮ ਵਰਗਾ ਪਲੇਟਫਾਰਮ ਬਣਾ ਕੇ ਜਿਹੜੀਆਂ ਕਿ ਹੈਗੀਆਂ ਵਿਰਚੁਅਲ MD, ਸਨੈਪ MD, ਬੀਮ ਹੈ ਜਾਂ ਹੇਲ ਹੈਲਥ ਹੈ ਜਾਂ ਹੀਲ ਹੈ ਕੰਪਨੀ, ਜ਼ਿਪਨੋਸਿਸ ਹੈ। ਮੇਰੇ ਖਿਆਲ 'ਚ ਘੱਟੋ ਘੱਟ 50 ਦੇ ਕਰੀਬ ਕੰਪਨੀਆਂ ਹੋਣਗੀਆਂ ਜਿਹੜੀਆਂ ਇਸ ਫੀਲਡ ਦੇ ਵਿੱਚ ਕੁੱਦੀਆਂ ਹੈਗੀਆਂ। ਔਰ ਕਿਉਂਕਿ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਅਵੇਲੇਬਲ ਹੈਗੀ ਆ, ਤੁਹਾਡੇ ਕੋਲੇ ਟੂਲਸ ਵੀ ਉਪਲਬਧ ਹੈਗੇ ਆ ਤੁਹਾਡੇ ਕੋਲੇ, ਕਿਉਂਕਿ ਜਿਹੜਾ ਫੋਨ ਹੈ ਤੁਹਾਡਾ ਉਹ ਇਕੱਲਾ ਹੁਣ ਸੈੱਲ ਫੋਨ ਹੀ ਨਹੀਂ ਹੈ, ਸਮਾਰਟਫੋਨ ਹੈ। ਇਹ ਤੁਹਾਡੀ ਨਬਜ਼ ਵੀ, ਤੁਹਾਡੀ ਦਿਲ ਦੀ ਧੜਕਣ ਵੀ, ਤੁਹਾਡੀ ਆਈਜ਼ ਦਾ ਕਲਰ, ਤੁਹਾਡੇ ਹਾਰਟ ਦੀ ਰੇਟ, ਤੁਹਾਡੀ ਬਲੱਡ ਸ਼ੂਗਰ, ਤੁਹਾਡਾ ਬਲੱਡ ਪ੍ਰੈਸ਼ਰ, ਇਹ ਸਾਰਾ ਕੁਝ ਰਿਕਾਰਡ ਕਰਨ ਦੇ ਕੈਪੇਬਲ ਹੈਗਾ। ਇਹੀ ਚੀਜ਼ਾਂ ਸਾਨੂੰ ਜ਼ਰੂਰਤ ਹੁੰਦੀ ਹੈ ਕਿ ਕਿਸੇ ਨੂੰ ਉਹਦੀ ਤਸ਼ਖੀਸ ਕਰਨ ਵਾਸਤੇ ਜਾਂ ਉਹਦੀ ਬਿਮਾਰੀ ਦੀ ਜਾਣਕਾਰੀ ਲੈਣ ਵਾਸਤੇ। ਤੇ ਜਦੋਂ ਇਹੋ ਜਿਹੇ ਟੂਲ ਤੁਹਾਡੇ ਕੋਲੇ ਅਵੇਲੇਬਲ ਹੈਗੇ ਆ, ਫਿਰ ਆ ਜਾਂਦਾ ਵੀ ਸਪੈਸ਼ਲਿਸਟ। ਹੁਣ ਮੈਂ ਦੇਖ ਰਿਹਾ ਸੀਗਾ, ਮੇਰੀ ਇੱਕ ਡਾਕਟਰ ਦੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਯਾਰ ਜੇ ਤੁਸੀਂ ਕੰਨਾਂ ਦੇ ਕਿਸੇ ਦੇ ਕੰਨ ਦੇਖਣੇ ਆ ਤਾਂ ਉਹਦੇ ਵਾਸਤੇ ਕੀ ਹੋਊਗਾ? ਕਹਿੰਦਾ ਵੀ ਇਹੋ ਜਿਹੀਆਂ ਕੰਪਨੀਆਂ ਵੀ ਆ ਰਹੀਆਂ ਹੈਗੀਆਂ ਜਿਹੜੀਆਂ ਉਹ ਤੁਹਾਨੂੰ ਡਿਸਪੋਜ਼ੇਬਲ ਕੰਨ ਦੇਖਣ ਵਾਲਾ ਜਿਹੜਾ ਇੱਕ ਕੋਈ ਯੰਤਰ ਮੁਹੱਈਆ ਕਰਨਗੀਆਂ, ਉਹ 10 ਜਾਂ 15 ਜਾਂ $20 ਦਾ ਹੋਊਗਾ। ਉਹ ਤੁਸੀਂ ਆਪਣੇ ਫੋਨ ਦੇ ਨਾਲ ਹੁੱਕ ਕਰ ਸਕਦੇ ਆ ਤੇ ਦੂਜੇ ਪਾਸੇ ਬੈਠਾ ਡਾਕਟਰ ਤੁਹਾਡਾ ਕੰਨ ਵੀ ਦੇਖ ਸਕੂਗਾ, ਤੁਹਾਡੀਆਂ ਅੱਖਾਂ ਵੀ ਦੇਖ ਸਕੂਗਾ, ਤੁਹਾਡਾ ਗਲਾ ਵੀ ਦੇਖ ਸਕੂਗਾ। ਸੋ ਕਹਿ ਸਕਦੇ ਕਿ ਟੈਕਨੋਲੋਜੀ ਨੇ ਸਾਨੂੰ ਪੂਰੀ ਤਰ੍ਹਾਂ ਘੇਰ ਲੈਣਾ ਹੈ ਆਉਂਦੇ ਸਮਿਆਂ ਦੇ ਵਿੱਚ। ਅਸੀਂ ਜਿੰਨਾ ਟੈਕਨੋਲੋਜੀ ਤੋਂ ਕਈ ਲੋਕ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਉਨਾ ਹੀ ਟੈਕਨੋਲੋਜੀ ਸਾਨੂੰ ਹੋਰ ਨੇੜੇ ਲੈ ਕੇ ਆ ਰਹੀ ਹੈ। ਸੋ ਆਉਣ ਵਾਲੇ ਭਵਿੱਖ ਨੂੰ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਫਿਊਚਰ ਕਿਸ ਤਰ੍ਹਾਂ ਦਾ ਹੋਏਗਾ। ਸੋ ਅਸੀਂ ਕੁਝ ਵੀ ਨਹੀਂ ਕਹਿ ਸਕਦੇ। COVID-19 ਨੇ ਸਾਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈਗਾ। ਹਾਂਜੀ, ਕਿਉਂਕਿ ਹਾਂਜੀ ਸੌਰੀ ਮੈਂ ਤੁਹਾਡੇ ਵਿੱਚ ਹੀ ਇੰਟਰਪਟ ਕਰਦਾ। ਇਹਦੇ ਵਿੱਚ ਇੱਕੋ ਹੀ ਕੁਐਸਚਨ ਆਉਂਦਾ ਹੈਗਾ ਵੀ ਜਿਹੜੀ ਤੁਹਾਡੀ ਆਮ ਲੋਕੀ ਰੌਲਾ ਪਾ ਰਹੇ ਹੈਗੇ ਵੀ ਪ੍ਰਾਈਵੇਸੀ ਤਾਂ ਸਾਡੀ ਪਹਿਲਾਂ ਵੀ ਜਿਹੜੇ ਸਮਾਰਟਫੋਨ ਨੇ ਤੁਹਾਡਾ ਪਹਿਲਾਂ ਹੁੰਦਾ ਸੀਗਾ, ਹੁਣ ਕੋਈ ਪ੍ਰਾਈਵੇਸੀ ਨਹੀਂ ਰਹੀ। ਜਿਹੜੀਆਂ Amazon, Google ਹੈ ਜਾਂ Apple ਵਰਗੀਆਂ ਕੰਪਨੀਆਂ ਜਿਹੜੀਆਂ ਬੈਠੀਆਂ ਹੈਗੀਆਂ, ਉਹ ਤੁਹਾਡਾ ਹਰ ਇੱਕ ਸਟੈਪ ਵਾਚ ਕਰ ਰਹੀਆਂ। ਤੁਸੀਂ ਕਿਹੜੇ ਵੈਬਸਾਈਟ ਤੇ ਜਾਂਦੇ ਆ, ਕਿਹੋ ਜਿਹੇ ਰੈਸਟੋਰੈਂਟ ਤੇ ਤੁਸੀਂ ਖਾਣਾ ਖਾਂਦੇ ਆ, ਕਿਹੋ ਜਿਹੇ ਕੱਪੜੇ ਪਾਉਣੇ ਆ, ਤੁਹਾਡੀ ਜਿਊਲਰੀ ਪ੍ਰਤੀ ਕਿਹੋ ਜਿਹੀ ਚੋਇਸ ਹੈਗੀ ਆ, ਤੁਸੀਂ ਕਿਹੜੀਆਂ ਜਗ੍ਹਾ ਤੇ। ਹੁਣ ਜਿਵੇਂ ਕੰਟਰੈਕਟ ਟ੍ਰੇਸਿੰਗ ਦੀ ਗੱਲ ਕਰਦੀ ਹੈ ਆਪਾਂ COVID-19 ਦੇ ਸੰਬੰਧ ਦੇ ਵਿੱਚ, ਇਹੋ ਜਿਹੀਆਂ ਐਪ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਦੱਸ ਦੇਣਗੀਆਂ ਵੀ ਤੁਸੀਂ ਕਿਹਦੇ ਨੇੜੇ ਗਏ ਆ ਜਾਂ ਤੁਸੀਂ ਕਿਹੜੀਆਂ ਜਗ੍ਹਾ ਤੇ ਗਏ ਆ, ਕਿਹੜੀਆਂ ਪਲੇਸਿਸ ਤੇ ਤੁਸੀਂ ਪਿਛਲੇ ਘੰਟੇ ਦੇ ਵਿੱਚ ਗਏ ਆ, ਜਾਂ ਤੁਸੀਂ ਕਿਸੇ ਸਰਟਨ ਡੇ ਨੂੰ ਕਿਹੜੇ ਥਾਂ ਤੇ ਗਏ ਆ। ਤੇ ਇਸ ਕਰਕੇ ਹੁਣ ਪ੍ਰਾਈਵੇਸੀ, ਉਹ ਜਿਹੜੇ ਲੋਕੀ ਰੌਲਾ ਪਾ ਰਹੇ ਆ, ਅਸੀਂ ਹਮੇਸ਼ਾ ਹੀ ਰੌਲਾ ਪਾਉਂਦੇ ਆ ਜਦੋਂ ਵੀ ਕਿਸੇ ਦੀ ਪ੍ਰਾਈਵੇਸੀ ਜਾਂ ਪਰਸਨਲ ਫਰੀਡਮ ਜਾਂ ਆਜ਼ਾਦੀ ਤੇ ਹਮਲਾ ਹੁੰਦਾ, ਪਰ ਹੌਲੀ ਹੌਲੀ ਲੋਕੀ ਚੁੱਪ ਕਰ ਜਾਂਦੇ ਆ ਕਿਉਂਕਿ ਉਹਦੇ ਬੈਨੀਫਿਟਸ ਵੀ ਹੈ ਐਟ ਦਾ ਸੇਮ ਟਾਈਮ। ਤੇ ਉਹ ਜਿਹੜੀਆਂ ਕੰਪਨੀਆਂ ਆਉਣਗੀਆਂ ਅੱਗੇ, ਉਹਨਾਂ ਨੇ ਹੌਲੀ ਹੌਲੀ ਤੁਹਾਨੂੰ
ਉਹਨਾਂ ਨੇ ਫ੍ਰੀ ਦੇ ਵਿੱਚ ਕੋਈ ਚੀਜ਼ਾਂ ਦੇ ਕੇ, ਕਿਉਂਕਿ ਹੁਣ ਆਪਾਂ ਐਪ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀਆਂ ਵੀ ਐਪਸ ਹੈਗੀਆਂ ਆਪਾਂ ਦੇਖਦੇ ਹਾਂ ਵੀ ਜੇ ਤਾਂ 399 ਦੀ ਤਾਂ ਇਹਨੂੰ ਨਾ ਲਈਏ, ਜੇ ਫ੍ਰੀ ਆ ਤਾਂ ਡਾਊਨਲੋਡ ਕਰ ਲਓ। ਪਰ ਕਦੇ ਕਿਸੇ ਨੇ ਉਹਦਾ ਡਿਸਕਲੇਮਰ ਪੜ੍ਹਿਆ ਵੀ ਉਹਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਕਿਹੜੇ ਹੱਕ ਉਹਨਾਂ ਦੇ ਆਪਣੇ ਤੁਸੀਂ ਹੱਕ ਹਕੂਕ ਦੇਤੇ ਆ ਵੀ ਉਹ ਕੀ ਕਰ ਸਕਦੇ ਆ ਤੁਹਾਡੇ ਡਾਟੇ ਦੇ ਨਾਲ। ਇਹ ਹਲੇ ਮਤਲਬ ਪ੍ਰੀ ਮੈਚੁਰ ਹੈਗਾ ਦੱਸਣਾ ਵੀ ਉਹ ਜਿਹੜੀ ਪ੍ਰਾਈਵੇਸੀ ਹੋਊਗੀ ਉਹਨੂੰ ਕਿਸੇ ਗਲਤ ਪ੍ਰਯੋਗ ਦੇ ਵਿੱਚ ਤਾਂ ਨਹੀਂ ਲਿਆਂਦਾ ਜਾਊ। ਜੀ ਬਿਲਕੁਲ ਡਾਕਟਰ ਗਿੱਲ, ਤੁਸੀਂ ਸਾਨੂੰ ਆਲਵੇਜ਼ ਅਪਡੇਟ ਦਿੰਦੇ ਰਹਿੰਦੇ ਕਿ ਮੈਡੀਕਲ ਦੀ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ ਜਾਂਦੇ ਜਾਂਦੇ ਅੱਜ ਦੀ ਇਸ ਟਾਕ ਦੇ ਬਾਰੇ? ਇਹੀ ਹੈ ਜੀ ਵੀ ਅਗਰ ਵੈਕਸੀਨ ਨਹੀਂ ਬਣਦਾ ਕੋਵਿਡ-19 ਦਾ ਤਾਂ ਸਾਨੂੰ ਸਿੱਖਣਾ ਪੈਣਾ, ਇਹਦੇ ਨਾਲ ਰਹਿਣਾ, ਇਹਨੂੰ ਇਹ ਮੰਨ ਕੇ ਚੱਲਣਾ ਪੈਣਾ ਵੀ ਇਹ ਸਾਡੇ ਨਾਲ ਰਹੂਗਾ ਔਰ ਆਉਣ ਵਾਲੇ ਸਮੇਂ ਹੋ ਸਕਦਾ ਸਾਲ ਵੀ ਲੱਗ ਸਕਦਾ ਜਾਂ ਹੋ ਸਕਦਾ ਲਾਈਫ ਹਲੇ ਨੋਰਮਲ ਨਾ ਆਵੇ। ਸਾਨੂੰ ਆਪਣਾ ਬਿਹੇਵੀਅਰ ਚੇਂਜ ਕਰਨਾ ਪੈਣਾ, ਜਿਸ ਤਰ੍ਹਾਂ ਹੈਗੀਆਂ ਪਬਲਿਕ ਹੈਲਥ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਨੂੰ ਫੋਲੋ ਕਰਦੇ ਰਹੋ, ਸੋਸ਼ਲ ਡਿਸਟੈਂਸਿੰਗ ਜਿੰਨਾ ਚਿਰ ਕਹਿੰਦੇ ਆ। ਔਰ ਜਿਹੜੇ ਪਹਿਲਾਂ ਵਾਲੇ ਜਿਹੜੇ ਹੋ ਸਕਦਾ ਵੀ ਉਹ ਜਿਹੜਾ ਨੋਰਮਲ ਦੇ ਜਿਹੜੇ ਮੀਨਿੰਗ ਹੀ ਚੇਂਜ ਹੋ ਜਾਣ ਆਉਣ ਵਾਲੇ ਸਮਿਆਂ ਦੇ ਵਿੱਚ। ਹੋ ਸਕਦਾ ਅਸੀਂ ਥੀਏਟਰ ਜਾਂ ਜਿੱਥੇ ਵੀ ਕਲੋਜ਼ਡ ਪਲੇਸਿਸ ਹੈਗੀਆਂ ਜਾਂ ਰੈਸਟੋਰੈਂਟ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਜਾਂਦੇ ਸੀ ਜਾਂ ਪਹਿਲਾਂ ਰਸ਼ ਕਰਦੇ ਸੀ ਉਸ ਤਰ੍ਹਾਂ ਨਾ ਕਰ ਸਕੀਏ। ਹੁਣ ਉਹਦੇ ਨਾਲ ਹੀ ਨਵੇਂ ਜਿਹੜੇ ਓਪਨ ਏਅਰ ਥੀਏਟਰ ਹੈ ਉਹ ਖੁੱਲ੍ਹ ਜਾਣਗੇ ਜਾਂ ਰੈਸਟੋਰੈਂਟਾਂ ਦੇ ਵਿੱਚ ਵੀ ਲੋਕੀ ਬਾਹਰ ਬਹਿ ਕੇ ਖਾਣਾ ਖਾਣ ਦੀ ਪਿਰਤ ਫੇਰ ਚੱਲ ਪੈਣੀ ਆ। ਤੇ ਜਿਨ੍ਹਾਂ ਸਟੇਟਾਂ ਦੇ ਵਿੱਚ ਖੁੱਲ੍ਹਿਆ ਵੀ ਹੈ ਉੱਥੇ ਵੀ ਹਲੇ ਲੋਕੀ ਕਨਫੀਡੈਂਟ ਐਨਫ ਨਹੀਂ ਹੈਗੇ ਜਾਣ ਨੂੰ, ਕੋਈ ਵੀ ਜਾਣ ਨੂੰ ਤਿਆਰ ਨਹੀਂ। ਅਗਰ ਸਟੋਰ ਖੁੱਲ੍ਹੇ ਵੀ ਆ ਉਹੀ ਲੋਕੀ ਜਾ ਰਹੇ ਜਿਹੜੇ ਥੋੜ੍ਹੇ ਜਿਹੇ ਇੰਪਲਸਿਵ ਸੀਗੇ। ਹਾਲੇ ਵੀ ਜਿਹੜੀ ਮੈਜੋਰਟੀ ਆਫ ਦਾ ਪੀਪਲ ਆਰ ਨਾਟ ਗੋਇੰਗ ਦੇਅਰ। ਇਹਦਾ ਡਰ ਹੀ ਲੋਕਾਂ 'ਚ ਇੰਨਾ ਹੈਗਾ ਜੀ। ਜੀ ਬਿਲਕੁਲ, ਥੈਂਕ ਯੂ ਮਿਸਟਰ ਗਿੱਲ, ਤੁਸੀਂ ਹਮੇਸ਼ਾ ਸਾਨੂੰ ਅਪਡੇਟ ਦਿੰਦੇ ਆ ਤੇ ਟਾਈਮ ਟੂ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਆ। ਥੈਂਕ ਯੂ ਵਾਂਸ ਅਗੇਨ। ਮਿਹਰਬਾਨੀ ਜੀ। ਸੋ ਅੱਜ ਗੱਲਬਾਤ ਹੋਈ ਡਾਕਟਰ ਗਿੱਲ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਕੀ ਸਥਿਤੀ ਹੈਗੀ ਹੈ, ਮੈਡੀਕਲ ਸਾਇੰਸ ਦੇ ਵਿੱਚ ਕੀ ਕੁਝ ਹੋ ਰਿਹਾ, ਕੀ ਕੁਝ ਰਿਸਰਚਸ ਹੋ ਰਹੀਆਂ ਨੇ। ਬਿਲਕੁਲ ਸਾਨੂੰ ਇਸ ਵਾਇਰਸ ਦੇ ਨਾਲ ਹੀ ਰਹਿਣਾ ਪੈਣਾ, ਆਪਣੀਆਂ ਆਦਤਾਂ ਨੂੰ ਬਦਲਣਾ ਪੈਣਾ ਜਦ ਤੱਕ ਇਹਦੀ ਕੋਈ ਵੈਕਸੀਨ ਨਹੀਂ ਆ ਜਾਂਦੀ। ਇਸ ਦੇ ਬਾਰੇ ਹੋਰ ਅਪਡੇਟ ਦੇ ਲਈ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।